ਵਾਹਿਗੁਰੂ। ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਸ ਨ ਨਾਥ ਅਨਾਥ ਨ ਮੂਸਰ, ਤਿਸ ਨ ਦਾਨੀ ਨ ਮੂਸ ਭਿਖਾਰੀ। ਮੂਸ ਨ ਦੀਨ ਦਇਆਲ ਨ ਤੁਸ, ਮੂਸੋ ਅਗਿਆਨ ਨ ਤੁਸੋ ਵਿਚਾਰੀ। ਮੂਸ ਨ ਪਤਿਤ ਨ ਪਾਵਨ ਤੁਸਰ, ਮੂਸੋ ਬਿਕਾਰੀ ਨ ਤੁਸੋ ਉਪਕਾਰੀ। ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਜਾਤ ਰਸਤਲ ਓਟ ਤਿਹਾਰੀ। ਜਿਸ ਪਿਆਰੇ ਸਿਉਨੇ ਤਿਸ ਅਗਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਦੇ ਸ਼ਿਵਾ ਬਰ ਮੋਹਿ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਨਾ ਡਰੋਂ ਅਰ ਸੋ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋਂ। और सिखों अपने ही मन को, एह लालच हों गुण तो चुरो। जब आव की ओद निदान बने, अत हिरण में तब जूझ मरो। बेशुमार अथाह गणत अतुलै, ज्यों बुलावो त्यों नानक दास बोले। सतगुरु गरीब निवाज। बाणी गुरु समरथ गुरु अकथ गुरु प्रतख गुरु शब्द गुरु धन धन सतगुरु श्री गुरु ग्रंथ साहिब जी दी पावन गोद दा रंग रस माण रहे गुरु प्यारिओ। जुड़ बैठे हाँ शहीदी साके नूं मुख रखदे हाँ। आप जी के चरणों में विचारा रखा। आओ सब तो पहला गुरुदेव की फतेह गजाइए जी। आखो जी वाहिगुरु जी का खालसा वाहिगुरु जी की। जो तो प्रेम खेलन का चाहो, सिर धर तली गली मेरी आओ। इत मार्ग पैर धरीजा, सिर दीजा कौन ना कीजा। रहराज साहब पढ़ते हैं एक पंक्ति जो सामने आती है, मैं कहता बाह कमाल लिखी गुरुदेव ने। रहराज शुरू हुंदा श्लोक महला पहला, दुख दारू सुख रोग पाया। दारू है दवा। जदों जदों इंसान को दुख आंदा दवा का काम करता है, ऐसा गुरु कहते हैं। दुख दारू सुख रोग भया, जा सुख तान ना होई। दुख एक बहुत वड्डी दारू है, बहुत वड्डी दवा है। किवें दवा है? किसी का विआह होवे ना, बैंकुएट बुक हुंदा, असीं सारे उत्थे पहुंच जाते हैं सवेरे ब्रैकफास्ट लिए। उस तो बाद समा आंदा कि लावां कराणियां हन, तो माफ करना लावां नहीं लभने पै जाते बंदे की गुरुद्वारे चलन। भाई होरां ते भी बड़ा जोर हुंदा है, रागी सिंघां ते भी, भाई एक शब्द पढ़ो निपटाओ बस फटाफट, असीं जाना बैंकुएट है। यानी सुख रोग है, दुख दारू सुख रोग। रोग क्यों है? गुरु ही चेते नहीं।
ਬੀਬੀਆਂ ਤਾਂ ਉੱਕੀ ਨਹੀਂ ਆ ਸਕਦੀਆਂ, ਆਪਣੇ ਝਾਟਿਆਂ ਦਾ ਬਣਾਇਆ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ, ਗੁਰਦੁਆਰੇ ਵੜ ਨਹੀਂ ਸਕਦੇ, ਫਿਰ ਸੰਗ ਲੱਗਦੀ ਹੈ। ਯਾਨੀ ਸੁਖ ਬਹੁਤ ਭਾਰੀ ਰੋਗ ਹੈ। ਹੁਣ ਇਹੀ ਦੇਖ ਲਓ, ਇਸ ਤੋਂ ਉਲਟ ਮੌਤ ਹੋ ਜਾਏ ਘਰ ਵਿੱਚ, ਸੰਸਕਾਰ ਤੋਂ ਬਾਅਦ ਕਿਸੇ ਨੂੰ ਕਹਿਣਾ ਨਹੀਂ ਪੈਂਦਾ ਕਿ ਗੁਰਦੁਆਰੇ ਚਲੋ, ਆਪੇ ਗੁਰਦੁਆਰਾ ਗਹਿਮੋ ਗਹਿਮ ਭਰਿਆ। ਮੈਨੂੰ ਲੱਗਦਾ ਹੈ ਦੁੱਖ ਦਵਾ ਬਣ ਚੁੱਕੀ ਹੈ। ਕਿਉਂ? ਗੁਰੂ ਜੋ ਚੇਤੇ ਆ ਗਿਆ, ਹਾਏ ਮੌਤ, ਕੱਲ ਮੈਂ ਵੀ ਮਰ ਜਾਵਾਂਗਾ। ਸੁਖ ਚੇਤੇ ਆਉਣ ਹੀ ਨਹੀਂ ਦਿੰਦਾ, ਸੁਖ ਗੁਰੂ ਨੂੰ ਕੋਲ ਆਉਣ ਹੀ ਨਹੀਂ ਦਿੰਦਾ। ਤੇ ਗੁਰੂ ਸਾਹਿਬ ਬੜੇ ਦੂਰ ਦ੍ਰਿਸ਼ਟ ਸਨ, ਕਹਿ ਦਿੱਤਾ ਦੁੱਖ ਦਾਰੂ ਸੁਖ ਰੋਗ ਪਿਆ। ਪ੍ਰਕਾਸ਼ ਦਿਹਾੜੇ ਮਨਾਏ, ਸ਼ਹੀਦੀ ਜੋੜ ਮੇਲੇ ਮਨਾਏ, ज्योति जोत समागम मनाए, सारे सफल उदो ने महादिवस मूरत भले जिसको नदर करे, नानक मंगे दर्शदान कृपा करो हरे। ओही घड़ी, ओही मूरत, ओही पल, विसा चसा, घड़ी, दिन, महीना ते साल ओही सफल है जिस दिन उसकी याद आ जाए। जे याद नहीं आई तो जीवन व्यर्थ गया। वो पल भी, वो चसा भी, विसा भी, घड़ी भी, विसुए चसियां, घड़ियां, पहरा, थित्ती, वारी, माह होआ, ये जितने असी शब्द गिने सारे समय की इकाइयां ने। विसा, चसा, घड़ी, पल, निमक, दिन, हफ्ता, महीना, साल, सारी समय की इकाइयां ने। दुख एक बहुत बड़ी दवा है। ऐसी लासानी शहादत नूं असी याद करने लई जुड़ बैठे हाँ, जिहड़ी शहादत नूं केवल बोलदे होए हिरदा कंब जांदा है, जिहड़ी शहादत नूं केवल सोचदे होए अखां भर आउंदियां, जिहड़ी शहादत ਵੱਲ ਨੂੰ ਜਾਂਦੇ ਹੋਏ ਫਤਿਹਗੜ੍ਹ ਸਾਹਿਬ ਪੈਰ ਕੰਬ ਉੱਠਦੇ ਨੇ। ਪਰ ਜੇ ਮੈਂ ਪੁੱਛ ਲਵਾਂ ਸਾਹਿਬਜ਼ਾਦਿਆਂ ਨੂੰ ਕਿ ਤੁਹਾਡੇ ਪੈਰ ਕੰਬੇ ਸੀ, ਕਿ ਤੁਹਾਡਾ ਗਲਾ ਰੋਇਆ ਸੀ, ਕਿ ਤੁਹਾਡੀਆਂ ਅੱਖਾਂ ਵਿੱਚ ਅਥਰੂ ਸਨ, ਤੇ ਸਾਹਿਬਜ਼ਾਦੇ ਕਹਿ ਦੇਣਗੇ ਅਸੀਂ ਤੇ ਨੀਹਾਂ ਵਿੱਚ ਵੀ ਜਪਜੀ ਨਹੀਂ ਵਿਸਾਰਿਆ, ਨੀਹਾਂ ਵਿੱਚ ਵੀ ਜਪਜੀ ਚੱਲਦਾ ਹੈ। ਸ਼ਹਾਦਤਾਂ ਦਾ ਸਿਲਸਿਲਾ ਬਹੁਤ ਪਹਿਲੇ ਸ਼ੁਰੂ ਹੋ ਚੁੱਕਿਆ ਸੀ। ਮੈਨੂੰ ਯਾਦ ਆਉਂਦੀ ਹੈ ਗੱਲ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਕੋਲ ਨਿਊਜ਼ ਰਿਪੋਰਟਰ ਚਲੇ ਗਏ ਤੇ ਕਹਿੰਦੇ ਅਸੀਂ ਤੁਹਾਡਾ ਇੰਟਰਵਿਊ ਟੀਵੀ ਤੇ ਦਿਖਾਣਾ ਹੈ। ਸੰਤਾਂ ਨੇ ਪੁੱਛ ਲਿਆ ਕਿ ਜਿਗਰਾ ਹੈ ਮੇਰਾ ਇੰਟਰਵਿਊ ਟੀਵੀ ਦਿਖਾਉਣ ਦਾ? ਕਹਿੰਦੇ ਹੁਣ ਤੱਕ ਤਾਂ ਹੈ, ਸੁਣਨ ਤੋਂ ਬਾਅਦ ਹੋਵੇ ਨਾ ਹੋਵੇ ਇਹ ਨਹੀਂ ਕਹਿ ਸਕਦੇ, है ਤਾਂ ਹੀ ਤੁਹਾਡੇ ਕੋਲ ਆਇਆ। ਤੁਸੀਂ ਕੋਈ ਵਿਆਖਿਆ ਕਰ ਦਿਓ ਕਿਸੇ ਸ਼ਬਦ ਦੀ, ਕਿਸੇ ਪੀਰ ਔਲੀਆ ਦੀ, ਪਰ ਐਸੇ ਦੀ ਵਿਆਖਿਆ ਕਰੋ ਜਿਸਨੇ ਸ਼ਸਤਰ ਨਾ ਚੁੱਕੇ ਹੋਣ। ਕਹਿੰਦੇ ਨਹੀਂ ਤੇ ਪ੍ਰਚਾਰ ਬੜਾ ਗਰਮ ਹੈ। ਸੰਤ ਜੀ ਕਹਿੰਦੇ ਇਹ ਠੀਕ ਹੈ। ਕਹਿੰਦੇ ਤੁਸੀਂ ਲੱਭ ਦਿਓ ਫਿਰ ਐਸਾ ਕੋਈ ਭਗਤ, ਐਸਾ ਕੋਈ ਗੁਰੂ ਜਿਸਨੇ ਸ਼ਸਤਰ ਨਾ ਚੁੱਕੇ ਹੋਣ ਗੁਰੂ ਗ੍ਰੰਥ ਸਾਹਿਬ ਤੋਂ, ਤੇ ਮੈਂ ਕਰ ਦਿੰਦਾ ਵਿਆਖਿਆ। ਕਹਿੰਦੇ ਕਬੀਰ ਦੀ ਵਿਆਖਿਆ ਕਰੋ, ਕਬੀਰ ਨੇ ਸ਼ਸਤਰ ਨਹੀਂ ਚੁੱਕੇ। ਹੁਣ ਇੱਕ ਪੂਰਨ ਸੰਤ ਜਿਹੜਾ ਹੈ ਉਸਦੇ ਮੱਥੇ ਤੋਂ ਪਤਾ ਚੱਲ ਜਾਣਾ ਚਾਹੀਦਾ ਸੰਤ ਹੈ। ਟੈਗ ਨਾ ਲੈ ਕੇ ਘੁੰਮੇ ਕਿ ਮੈਂ ਸੰਤ ਆਇਆ ਮਹੰਤਾ। ਪ੍ਰਗਟੇ ਗੋਪਾਲ ਮਹਾਂਤ ਕੈ ਮੱਥ ਹੈ, ਮਹੰਤ ਦੇ ਮੱਥੇ ਤੋਂ ਪਤਾ ਚੱਲੇ। ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਕੀਆ, ਸੋਈ ਸੁਹਾਵਾ ਥਾਨ ਜਿੱਥੇ ਪਿਆਰਾ ਨਾਨਕ ਜੀ ਤੂੰ ਉੱਠਿਆ। ਸੰਤਾਂ ਨੇ ਕਿਹਾ ਆਪਣੀ ਗੱਲ ਉੱਪਰ ਟਿਕੇ ਰਹੋਗੇ, ਕਬੀਰ ਸਾਹਿਬ ਦੇ ਵਿਚਾਰ ਕਰ ਦਾਂਗੇ। ਕਹਿੰਦੇ ਹਾਂਜੀ, ਕਬੀਰ ਸਾਹਿਬ ਨੇ ਕੋਈ ਸ਼ਸਤਰ ਨਹੀਂ ਚੁੱਕਿਆ। ਸੰਤਾਂ ਨੇ ਵਿਚਾਰ ਰੱਖੀ ਸ਼ਬਦ ਦੀ, ਗगन ਦਮਾਮਾ ਬਾਜਿਓ ਪਰਿਓ ਨੀਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੇ ਖੇਤ। ਕਿਸ ਦਾ ਸ਼ਬਦ ਹੈ ਜੀ? ਕਬੀਰ ਸਾਹਿਬ ਦਾ। ਹੱਥ ਜੋੜ ਕੇ ਮੀਡੀਆ ਵਾਲਿਆਂ ਨੂੰ ਉੱਧਰ ਜਾਣਾ ਹੀ ਪਿਆ। ਕਲਗੀਧਰ ਪਿਤਾ ਨੂੰ ਪੁੱਛ ਲਵਾਂ ਸ਼ਸਤਰ ਕਿਉਂ ਚੁੱਕੇ ਨੇ, ਤੇ ਮੈਨੂੰ ਕਹਿ ਦੇਣਗੇ ਗਗਨਦੀਪ ਸਿੰਘ ਸ਼ੌਂਕ ਨਹੀਂ ਸੀ ਮੇਰਾ ਸ਼ਸਤਰ ਚੁੱਕਣਾ, ਬਿਲਕੁਲ ਵੀ ਸ਼ੌਂਕ ਨਹੀਂ ਸੀ। 100 ਸਾਲ ਤੱਕ
गुरु नानक साहब तो लैके तकरीबन 100 साल तक शस्त्र नहीं चुके गए, शांत सन पंजो गुरु। 1469 गुरु नानक साहब का प्रकाश, तो लैके गुरु अर्जन पातशाह की शहादत 1606 तक शस्त्र नहीं चुके गए सन। पर तवे पे बैठ के गुरु अर्जन देव जी ने कह दिता सी, मेरी परवाज को तो रोक लोगे, हरगोबिंद की तलवार को कौन रोकेगा। मेरी तो आवाज बंद कर ली तुसी 5 दिन तसीहे देके। चेते रखियो, लड़का मेरा उठेगा, तलवार ऐसी उठेगी खुरा खोज मिटा देगा मुगलों का। मैं सोचदा तलवार गुरु नानक साहब ने भी चुप ही लई सी। किवें? गुरु साहब लिखते शब्द, खुरासान खसमाना किया हिंदुस्तान डराया। खुरासान तो आया सी बाबर, कहते तू आ तो गया चंगा भला खुरासान विच बैठा सी, तू इत्थे भी हिंदुस्तान में जी सदके आउंदा, पर आंदे तू आपते चुक दिती। जिन सिर सोहन पट्टियां मांगी पाई सिंदूर, से सिर काती मुनियन गल विच आवे धूड़। मैला अंदर होंदियां फिर बहन ना मिलन हदूर। आदेश बाबा आदेश, कहते तू आया तो सी और हिंदुस्तान की मिट्टी पलीत करके चला गया। गुरु नानक साहब को पता सी आया क्यों है। सोमनाथ के मंदिर विच एक बहुत वड्डी शिव की मूर्ति सी, हीरियां की जड़ी हुई। मैं गल इत्थे तक लियानी है कि शहीदी दिहाड़े शुरू किधरों हुए। असीं सोच रहे साहिबजादे शहीद होए। और लिखारी लिखता है, जिस कुल जात देश के बच्चे कर सकते हैं यूं बलिदान, उसका वर्तमान हो कुछ भी भविष्य है बड़ा महान, बड़ा महान। पर मैं देखा साहिबजादे ने पूछ लिया, एक दिन में तुसीं सीख लिया नीहां विच खलोना? कहणगे नहीं नहीं, 239 साल लगे सानू सिखदे होए। तो पूछ लवा किन्ने 239 किने लग गए? तो 239 साल पहले झात मारा गुरु नानक साहब के जीवन थे। बाबर ने कह दिता सी, बाबर तो बाबर नहीं जाबर है। क्या भी कदम जो कैद विच सन। मैं सोचदा ट्रैफिक पुलिस वाले नहीं पकड़ लिया हो ना सानू, हुणे कोई रेड लाइट ही क्रॉस कर लेंदे, तरले लेंदे मैं थकदा नहीं, भावें 100 रुपया ही देना, छोड़ दो जी मैं जाना है, बड़ा मजबूर हाँ। हाथ जोड़ते थकते नहीं। तो कैद तो छुटना हो फिर तो मैं रिश्वत देन अपना घर बरबार वेचन भी तैयार हाँ कि जेल ना हो जाए। मैनू कैद दे विच गुरु नानक साहब ने पाया है। तो वो कह रहे हैं बाबर तो बाबर नहीं जाबर है। हद तो इत्थे हो गई, बाबर ने रखी सिर ते तलवार गुरु नानक साहब दे, ते क्या हुमायूं हो गया बीमार। मैनू किसी ने दसिया तुसी पीर हो, तुसी अरदास करोगे तो हुमायूं ठीक हो जाएगा, अरदास करो। कहते अरदास कराने का भी तरीका तेरा बड़ा भला है, तलवारा रखवा सिर ते ते कराई जा अरदास। मैं देखा अजकल भी भाइयों के सिरों ते तलवारा ही ने। 100 रुपया पकड़ा दिता, भाई साहब नाम ना लिया ना अरदास देख लांगे बाद चो, क्योंकि गुरु जानी जान थोड़ी है। वो तो एवं लिख गए बिन बोलिया सब कुछ जानदा, किस आगे कीचे अरदास। तलवार सिर पे है तावे गुरु नानक साहब अरदास नहीं कर रहे। बाबर जी मैं कर भी देवा अरदास लगेगी नहीं, कर देवा नहीं नहीं, दिलों अरदास करो, तलवार चुक। फिर इस तो पहला सोमनाथ के मंदिर गुरु साहब पहुंच गए ने। उन्होंने पता है हीरियां की जड़ी मूर्ति है जिस करके आ रहा है। एक कोहिनूर करके कितना बड़ा जंग हो गया रणजीत सिंह नाल, ये तो हीरियां की जड़ी मूर्ति है। फिर सोमनाथ एक बहुत बड़ा तल लग्या सी, घंटे लगते मंदिर। 200 मन सोना उस तल के जंजीर में लग्या सी, केवल 200 मन। एक मन 40 किलो का आंदा। लगाओ साहब कितना किलो सोना होया। गुरु साहब पछाण गए सोमनाथ लुटन आ रहा, ये खुरा खोज मिटाएगा इधरों। सोमनाथ चले गए गुरु साहब, बैठे सन बड़े ब्राह्मण। गुरु साहब ने कहा बाबर आ गया मुगल फौज लैके, उठो सारे चुको हथियार तो करिए मुकाबला। हसन लगे गुरु साहब ते, कहते असी ऋषि पीर मुनि हुंदे आ, असी जां तां जग करदे आ जां यज्ञ करवाउंदे आ, असी तलवारां नहीं चुकदे। यह काम क्षत्रियां दा है। क्षत्रियां खत्रियां नूं बुला लिया गया। गुरु नानक साहब कहते चलो तुसी तलवारां चुको, इन्होंने तो चुकनी कोई नहीं। वो खत्रियां ने चुक लिया तलवारां, सूरबीर बन के डट गए। सारे ब्राह्मणों ने रोक दिता। कोई ब्राह्मणों ने खत्रियां नूं भी मना कर दिता शस्त्र चुकण नूं।
ਗੁਰੂ ਸਾਹਿਬ ਨੇ ਕਿਹਾ ਹੁਣੇ ਆਪ ਹੀ ਤਾਂ ਕਹਿੰਦੇ ਸੋ ਕਿ ਸ਼ਸਤਰੀਆਂ ਦਾ ਕੰਮ ਹੈ, ਖੱਤਰੀਆਂ ਦਾ ਕੰਮ ਹੈ ਸ਼ਸਤਰ ਚੁੱਕਣਾ, ਤੇ ਹੁਣ ਉਹਨਾਂ ਨੂੰ ਚੁੱਕਣ ਦਿਓ। ਬ੍ਰਾਹਮਣਾਂ ਨੇ ਗੁਰੂ ਸਾਹਿਬ ਨੂੰ ਜਵਾਬ ਦਿੱਤਾ, ਗੁਰੂ ਸਾਹਿਬ ਬ੍ਰਾਹਮਣ ਹਾਂ ਅਸੀਂ, ਖੱਤਰੀ ਸ਼ਸਤਰ ਤੇ ਉਦੋਂ ਚੁੱਕਣ ਤਾਂ ਚੁੱਕਣ ਜੇ ਸਾਡੇ ਮੰਤਰ ਨਾ ਚੱਲਦੇ ਹੋਣ। ਤੇ ਗੁਰੂ ਸਾਹਿਬ ਨੇ ਪੁੱਛ ਲਿਆ ਮੰਤਰਾਂ ਦਾ ਤੁਸੀਂ ਕੀ ਕਰੋਗੇ? ਕਹਿੰਦੇ ਅਸੀਂ ਐਸੇ ਮੰਤਰ ਪੜਾਂਗੇ, ਐਸਾ ਮੰਤਰ ਪੜਾਂਗੇ ਕਿ ਸਾਰੇ ਮੁਗਲ ਅੰਨੇ ਹੋ ਜਾਣਗੇ, ਖੱਤਰੀਆਂ ਨੂੰ ਸ਼ਸਤਰ ਚੁੱਕਣ ਦੀ ਕੋਈ ਲੋੜ ਹੀ ਨਹੀਂ ਪਵੇਗੀ। ਬੜੇ ਪਿਆਰ ਨਾਲ ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਇਆ, ਭੱਲਿਓ ਲੋਕੋ, ਇਸ ਤਰ੍ਹਾਂ ਖਾਲੀ ਮੰਤਰ ਪੜਨ ਨਾਲ ਤੇ ਕੋਈ ਮੁਗਲ ਅੰਨਾ ਨਹੀਂ ਹੋਣ ਲੱਗਾ। ਤੁਸੀਂ ਸ਼ਸਤਰ ਚੁੱਕੋ, ਮੇਰੀ ਗੱਲ ਮੰਨ ਲਓ, ਆ ਕੇ ਹਿੰਦੁਸਤਾਨ ਦੀ ਸੰਸਕ੍ਰਿਤੀ ਖਾ ਜਾਏਗਾ, ਖੁਰਾ ਖੋਜ ਮਿਟਾ ਦੇਗਾ। ਪਰ ਇੱਕ ਵੀ ਬ੍ਰਾਹਮਣ ਨਾ ਮੰਨਿਆ। ਅਖੀਰ ਹੋਇਆ ਕਿ ਬਾਬਰ ਸੈਨਾ ਲੈ ਕੇ ਆਇਆ, ਸੋਮਨਾਥ ਮੰਦਿਰ ਅੰਦਰ ਵੜਿਆ, ਮੂਰਤੀ ਦਾ ਚਕਨਾ ਚੂਰ ਕਰਕੇ ਸਾਰੇ ਹੀ ਹੀਰੇ ਲੁੱਟ ਕੇ, ਉਹ ਸੋਨੇ ਦੀ ਸੰਗਲ ਵੀ ਤੋੜ ਕੇ, ਸਾਰੇ ਬ੍ਰਾਹਮਣਾਂ ਦਾ ਖੁਰਾ ਖੋਜ ਮਿਟਾ ਕੇ ਸੰਸਕ੍ਰਿਤੀ ਨੂੰ ਮਲੀਰਦਾ ਹੋਇਆ ਇਧਰੋਂ ਲੈ ਗਿਆ। ਤੇ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਲਿਖ ਦਿੰਦੇ ਹਨ ਕਿ ਬ੍ਰਾਹਮਣ ਮੈਨੂੰ ਕਹਿੰਦੇ ਸਨ ਕਿ ਮੁਗਲ ਅੰਨੇ ਹੋ ਜਾਣਗੇ, ਪਰ ਮੈਂ ਦੇਖਿਆ ਇੱਕ ਵੀ ਮੁਗਲ ਅੰਨਾ ਨਹੀਂ ਹੋਇਆ ਉਹਨੇ ਮੰਤਰਾਂ ਦੇ ਨਾਲ। ਗੁਰੂ ਸਾਹਿਬ ਲਿਖਦੇ ਹਨ, ਕੋਈ ਮੁਗਲ ਨਾ ਹੋਆ ਅੰਧਾ, ਕਿਨੈ ਨਾ ਪਰਚਾ ਲਾਇਆ। ਹੁਣ ਮੰਤਰਾਂ ਨੂੰ ਅਸੀਂ ਕੇਵਲ ਰਟਨ ਤੌਰ ਤੇ ਹੀ ਪੜ੍ਹਦੇ ਰਵਾਂਗੇ ਤੇ ਉਹਨਾਂ ਮੰਤਰਾਂ ਨੇ ਕੋਈ ਫਾਇਦਾ ਨਹੀਂ ਜੇ ਦੇਣਾ। ਗੁਰੂ ਸਾਹਿਬ ਨੇ ਬੜਾ ਸਮਝਾਇਆ ਬ੍ਰਾਹਮਣਾਂ ਨੂੰ, ਪਰ ਸਮਝੇ ਕੋਈ ਨਾ। ਦੇਖੋ ਉਦਾਹਰਣ ਦੇ ਤੌਰ ਤੇ ਮੈਨੂੰ ਲੱਗ ਗਿਆ ਹੋਵੇ ਜ਼ੁਕਾਮ, ਮੈਂ ਇਹ ਗੱਲ ਇੱਥੇ ਲਿਆਣੀ ਹੈ ਕਿ ਖਾਲੀ ਮੰਤਰ ਪੜ੍ਹਦੇ ਰਵਾਂਗੇ ਤੇ ਸਾਡਾ ਕਲਿਆਣ ਤੇ ਨਹੀਂ ਹੋਏਗਾ, ਖਾਲੀ ਬਾਣੀ ਪੜ੍ਹੀ ਜਾਣ ਨਾਲ ਤੇ ਕਲਿਆਣ ਨਹੀਂ ਹੋਏਗਾ, ਤੋਤੇ ਰਟਨ ਨਾਲ ਤੇ ਕਲਿਆਣ ਨਹੀਂ ਹੋਏਗਾ। ਬਾਣੀ ਦੇ ਅਰਥ ਵੀ ਸਮਝਣੇ ਪੈਣਗੇ। ਸਿੱਖੀ ਸਿੱਖਿਆ ਗੁਰ ਵਿਚਾਰ, ਬਾਣੀ ਤੋਂ ਵਿਚਾਰਨਾ ਪਏਗਾ, ਬਾਣੀ ਦੀ ਵਿਚਾਰ ਕਰਨੀ ਪਏਗੀ, ਇਹਨਾਂ ਦੇ ਅਰਥਾਂ ਨੂੰ ਸਮਝਣਾ ਪਏਗਾ ਜੇ ਮਨੁੱਖਾ ਜੀਵਨ ਵਿੱਚ ਅਸੀਂ ਕਲਿਆਣ ਚਾਹੁੰਦੇ ਹਾਂ। ਜਪਜੀ ਸਾਹਿਬ ਵਿੱਚ ਵੀ ਆਉਂਦਾ ਹੈ ਨਾ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਸਾਨੂੰ ਗੁਰਸਿੱਖੀ ਦੇ ਇਸ ਮਾਰਗ ਤੇ ਤੁਰਦਿਆਂ ਹੋਇਆਂ ਬਾਣੀ ਦੀ ਵਿਚਾਰ ਕਰਨੀ ਪਏਗੀ, ਪਰ ਵਿਚਾਰੇਗਾ ਕੋਈ ਵਿਰਲਾ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਵੇ। ਬਾਣੀ ਨੂੰ ਅਸੀਂ ਇਸ ਤਰ੍ਹਾਂ ਸਮਝੀਏ ਉਦਾਹਰਣ ਦੇ ਤੌਰ ਤੇ ਕਿ ਡਾਕਟਰ ਦੀ ਪ੍ਰਿਸਕ੍ਰਿਪਸ਼ਨ ਹੈ, ਪ੍ਰਿਸਕ੍ਰਿਪਸ਼ਨ ਸਲਿੱਪ ਤੇ ਡਾਕਟਰ ਦਵਾਈ ਲਿਖ ਦਿੰਦਾ। ਉਦਾਹਰਣ ਦੇ ਤੌਰ ਤੇ ਲੈ ਲੈਂਦੇ ਆ ਕਿ ਮੈਨੂੰ ਜ਼ੁਕਾਮ ਹੈ, ਮੈਂ ਡਾਕਟਰ ਕੋਲ ਚਲਾ ਗਿਆ, ਉਸਨੇ ਮੈਨੂੰ ਪਰਚੇ ਤੇ ਲਿਖ ਦਿੱਤਾ ਕਿ ਤੂੰ ਡੀ ਕੋਲ ਟੋਟਲ ਖਾਣੀ ਹੈ ਤੇ ਨਾਲ ਤੂੰ ਗਰਾਰੇ ਵੀ ਕਰਨੇ ਹਨ ਤਾਂ ਕਿ ਤੇਰਾ ਜ਼ੁਕਾਮ ਦੂਰ ਹੋ ਜਾਏ। ਹੁਣ ਤੁਸੀਂ ਦੱਸੋ, ਮੈਂ ਖਾਲੀ ਪੜਦਾ ਜਾਵਾਂ ਡੀ ਕੋਲ ਟੋਟਲ ਖਾਣੀ ਹੈ ਤੇ ਜ਼ੁਕਾਮ ਦੂਰ ਹੋਏਗਾ, ਡੀ ਕੋਲ ਟੋਟਲ ਖਾਣੀ ਹੈ ਤੇ ਜ਼ੁਕਾਮ ਦੂਰ ਹੋਏਗਾ, ਕੀ ਮੇਰਾ ਜ਼ੁਕਾਮ ਦੂਰ ਹੋ ਜਾਏਗਾ? ਉੱਕਾ ਹੀ ਨਹੀਂ ਹੋਏਗਾ। ਮੈਨੂੰ ਕੈਮਿਸਟ ਤੱਕ ਜਾਣਾ ਪਏਗਾ, ਡੀ ਕੋਲ ਟੋਟਲ ਲੈਣੀ ਪਏਗੀ ਤੇ ਖਾਣੀ ਪਏਗੀ, ਨਾਲ ਗਰਾਰੇ ਵੀ ਕਰਨੇ ਪੈਣਗੇ, ਤਾਂ ਜਾ ਕੇ ਜ਼ੁਕਾਮ ਠੀਕ ਹੋਏਗਾ ਨਾ। ਖਾਲੀ ਪਰਚੀ ਪੜਨ ਨਾਲ ਤੇ ਜ਼ੁਕਾਮ ਨਹੀਂ ਦੂਰ ਹੋਏਗਾ। ਇਸੇ ਤਰ੍ਹਾਂ ਜੇ ਬਾਣੀ ਵਿੱਚ ਲਿਖਿਆ ਹੈ, ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਜਿਹੜਾ ਸੁਣੀ ਲਿਖਿਆ ਇਸ ਨੂੰ ਬੜੇ ਧਿਆਨ ਨਾਲ ਵਾਚਣ ਦੀ ਲੋੜ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ, ਤਾਂ ਕੀ ਹੋਏਗਾ? ਅੰਤਰਗਤ ਤੀਰਥ ਮੰਨਾਓ। ਪਹਿਲੇ ਸੁਣਨਾ ਹੈ, ਫਿਰ ਉਸਨੂੰ ਮੰਨਣਾ ਵੀ ਹੈ, ਜੀਵਨ ਉੱਪਰ ਲਾਗੂ ਵੀ ਕਰਨਾ ਹੈ। ਪਰ ਇੱਕ ਹੋਰ ਗੱਲ ਇੱਥੇ ਕਰਨੀ ਹੈ। ਭਾਈ ਗੁਰਦਾਸ ਹੋਰਾਂ ਦੀ ਇੱਕ ਵਾਰ ਪੜ੍ਹ ਲਈ, ਉਹ ਕਹਿੰਦੇ ਨੇ, ਪੂਛਤ ਪਥਿਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਫਿਰ ਉਹ ਇਸੇ ਵਿੱਚ ਅੱਗੇ ਜਾ ਕੇ ਲਿਖਣਗੇ, ਪੂਛਤ ਹੈ ਵੈਦ, ਕੋਈ ਬਿਮਾਰੀ ਲੱਗੀ ਮੈਂ ਵੈਦ ਨੂੰ ਜਾ ਕੇ ਪੁੱਛ ਵੀ ਲਿਆ, ਪੂਛਤ ਹੈ ਵੈਦ, ਖਾਤ ਔਖਦ ਨਾ ਸੰਜਮ ਸੇ। ਉਸਨੇ ਔਸ਼ਧੀ ਲਿਖ ਵੀ ਦਿੱਤੀ, ਪਰ ਮੈਂ ਖਾਦੀ ਕੋਈ ਨਾ, ਕੇਵਲ ਪਰਚੀ ਪੜਦਾ ਰਿਹਾ ਤੇ ਦੁੱਖ ਕਿਵੇਂ ਮਿਟਣਗੇ। ਪਰ ਭਾਈ ਗੁਰਦਾਸ ਇੱਕ ਹੋਰ ਕਮਾਲ ਦੀ ਗੱਲ ਇੱਥੇ ਬਿਆਨ ਕਰਦੇ ਨੇ, ਕਹਿੰਦੇ ਨੇ, ਪੂਛਤ ਹੈ ਵੈਦ ਖਾਤ ਔਖਦ ਨਾ ਸੰਜਮ ਸੇ। ਕਹਿੰਦੇ ਦਵਾਈ ਖਾਣੀ ਵੀ ਪਏਗੀ ਤੇ ਨਾਲ ਪਰਹੇਜ਼ ਵੀ ਰੱਖਣਾ ਪਏਗਾ। ਇਹ ਦੂਸਰੀ ਗੱਲ। ਪਹਿਲੀ ਗੱਲ ਕਿ ਰੋਗ ਤੇ ਲੱਗਿਆ, ਮੈਂ ਦਵਾਈ ਵੀ ਲਿਖਵਾਇਆ, ਪਰ ਕੇਵਲ ਪਰਚੀ ਪੜੀ ਜਾ ਰਿਹਾ ਕਿ ਰੋਗ ਦੂਰ ਹੋਏ। ਰੋਗ ਦੂਰ ਹੋਏਗਾ? ਬਿਲਕੁਲ ਵੀ ਨਹੀਂ ਹੋਏਗਾ। ਦੂਸਰੀ ਗੱਲ, ਮੈਂ ਦਵਾਈ ਲੈ ਵੀ ਆਇਆ ਕੈਮਿਸਟ ਤੋਂ, 2 ਵਕਤ ਖਾ ਵੀ ਰਿਹਾ, ਨਾਲ ਗਰਾਰੇ ਵੀ ਕਰ ਰਿਹਾ, ਪਰ ਇੱਕ ਹੋਰ ਕੰਮ ਮੈਂ ਕੀਤਾ ਕਿ ਨਾਲ ਪਰਹੇਜ਼ ਕੀਤਾ ਹੀ ਕੋਈ ਨਹੀਂ। ਤੇ ਜੇ ਪਰਹੇਜ਼ ਨਹੀਂ ਕੀਤਾ ਤੇ ਕੀ ਫਿਰ ਜ਼ੁਕਾਮ ਦੂਰ ਹੋਏਗਾ? ਬਿਮਾਰੀ ਦੂਰ ਹੋਏਗੀ? ਤਾਂ ਵੀ ਦੂਰ ਨਹੀਂ ਹੋਏਗੀ। ਸੋ 2 ਗੱਲਾਂ ਅਸੀਂ ਸਮਝੀਆਂ ਕਿ ਪਹਿਲੀ ਗੱਲ, ਬਾਣੀ ਕੇਵਲ ਪੜ੍ਹੀ ਨਹੀਂ, ਉਸ ਉੱਪਰ ਤੁਰਨਾ ਵੀ ਹੈ।
ਜਿਵੇਂ ਅਰਦਾਸ ਵਿੱਚ ਕਹਿੰਦੇ ਆ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਅਸੀਂ ਉਹਨਾਂ ਦੀ ਕਮਾਈ ਵੱਲ ਧਿਆਨ ਦੇ ਰਹੇ ਹਾਂ, ਉਹਨਾਂ ਦੇ ਨਾਮ ਵੱਲ ਧਿਆਨ ਨਹੀਂ ਦੇ ਰਹੇ। ਸੋ ਬਾਣੀ ਨੂੰ ਪਹਿਲੇ ਪੜ੍ਹਨਾ ਹੈ, ਫਿਰ ਵਿਚਾਰਨਾ ਹੈ। ਜਿਵੇਂ ਅਸੀਂ ਦਵਾਈ ਨੂੰ ਪਹਿਲੇ ਡਾਕਟਰ ਤੋਂ ਲੈਣੀ ਹੈ ਪਰਚੀ, ਫਿਰ ਉਸ ਨੂੰ ਖਰੀਦਣਾ ਵੀ ਹੈ। ਮੈਂ ਦਵਾਈ ਲੈ ਵੀ ਆਇਆ, ਪਹਿਲੀ ਗੱਲ ਮੈਂ ਦਵਾਈ ਲਿਆਇਆ ਹੀ ਕੋਈ ਨਹੀਂ, ਪੜ੍ਹਾ ਦੱਸ ਰਿਹਾ ਮੈਂ ਕਿ ਬਾਣੀ ਕਿਵੇਂ ਪੜਾਂਗੇ ਤੇ ਦੁੱਖ ਜਾਣਗੇ। ਪਹਿਲੀ ਮੈਂ ਬਾਣੀ ਪੜ੍ਹੀ ਜਾ ਰਿਹਾ, ਰਟੀ ਜਾ ਰਿਹਾ ਤੇ ਸੋਚ ਰਿਹਾ ਦੁੱਖ ਚਲੇ ਜਾਣਗੇ। ਕਿਸੇ ਨੇ ਦੱਸਿਆ ਇਸ ਤਰ੍ਹਾਂ ਦੁੱਖ ਨਹੀਂ ਜਾਣਗੇ। ਬਾਣੀ ਪੜ੍ਹ ਰਹੇ ਹਾਂ, ਦਵਾਈ ਸਿਰਫ ਪੜ੍ਹੀ ਜਾ ਰਹੇ, ਦਵਾਈ ਖਰੀਦ ਕੇ ਵੀ ਲਿਆ ਕੈਮਿਸਟ ਦੀ ਦੁਕਾਨ ਤੋਂ। ਹੁਣ ਮੈਂ ਚਲਾ ਗਿਆ, ਦਵਾਈ ਖਰੀਦ ਕੇ ਲਿਆਇਆ, ਖਾ ਵੀ ਰਿਹਾ, ਗਰਾਰੇ ਵੀ ਕਰ ਰਿਹਾ, ਪਰ ਨਾਲ ਮੈਂ ਇੱਕ ਹੋਰ ਕੰਮ ਕਰ ਰਿਹਾ। ਲੱਗਿਆ ਮੈਨੂੰ ਜ਼ੁਕਾਮ ਹੈ, ਚੇਤੇ ਰੱਖਿਓ। ਪਹਿਲੇ ਮੈਂ ਸਿਰਫ ਪੜ੍ਹ ਰਿਹਾ ਸੀ ਪਰਚੀ ਤੋਂ, ਸਵੇਰੇ ਵੀ ਪੜ੍ਹ ਰਿਹਾ ਸੀ, ਸ਼ਾਮੀ ਵੀ, ਕਿ ਡਾਕਟਰ ਨੇ ਕਿਹਾ ਸੀ। ਹੁਣ ਮੈਂ ਦਵਾਈ ਲੈ ਆਇਆ, ਖਾ ਵੀ ਲਈ ਹੈ, ਤੇ ਨਾਲ ਮੈਂ ਇੱਕ ਕੰਮ ਹੋਰ ਕੀਤਾ। ਉਹ ਕੀ? ਮੈਂ ਅਚਾਰ ਵੀ ਖਾ ਰਿਹਾ। ਲੱਗਾ ਮੈਨੂੰ ਜ਼ੁਕਾਮ ਹੈ, ਫਿਰ ਚੇਤੇ ਰੱਖੀਏ, ਮੈਂ ਅਚਾਰ ਵੀ ਖਾ ਰਿਹਾ। ਦਵਾਈ ਤੇ ਖਾ ਲਈ ਹੈ, ਮੈਂ 2 ਵਕਤ ਖਾ ਲਈ ਹੈ, ਗਰਾਰੇ ਵੀ ਕਰ ਲੈਣ ਡਾਕਟਰ ਦੇ ਕਹੇ ਅਨੁਸਾਰ, ਪਰ ਨਾਲ ਮੈਂ ਅਚਾਰ ਵੀ ਖਾ ਰਿਹਾ, ਠੰਡਾ ਠੰਡਾ ਪਾਣੀ ਵੀ ਪੀ ਰਿਹਾ, ਖੱਟਾ ਦਹੀਂ ਵੀ ਖਾ ਲਿਆ, ਚੌਲ ਵੀ ਖਾ ਲਏ। ਤੇ ਕੀ ਹੁਣ ਤੁਸੀਂ ਦੱਸੋ, ਹੁਣ ਜ਼ੁਕਾਮ ਠੀਕ ਹੋ ਜਾਏਗਾ? ਬਿਲਕੁਲ ਵੀ ਨਹੀਂ। यानी इत्थे दूसरी गल पल्ले बन्नण जोग है कि पूछत है बैद खात औखद न संजम से कैसे मिटै रोग कत सहजा समाई है। किवें रोग मिट जाणगे जे परहेज नहीं रखोगे। यानी बाणी पढ़नी है ते नाल एक चीज़ दी परहेज भी रखनी है, विकारां तो परहेज रखनी है। ਇਹ ਨਾ ਹੋਵੇ ਕਿ ਪੜੀ ਤੇ ਜਾਵਾਂ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਨਾਲ ਲੋਕਾਂ ਦੀ ਬੁਰਾਈ ਵੀ ਲੋਚਾਂ। ਪੜੀ ਤੇ ਜਾਵਾਂ ਕਿ ਕੇਸਾਂ ਦੀ ਬੜੀ ਮਹਾਨਤਾ, ਸਾਬਤ ਸੂਰਤ ਦਸਤਾਰ ਸਿਰਾਂ ਤੇ ਕੇਸ ਰੰਗੀ ਵੀ ਜਾਵਾਂ ਨਾਲ ਨਾਲ। ਪੜੀ ਤੇ ਜਾਵਾਂ ਕਿ ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀ ਚੰਗਾ ਕਿਉਂ ਹੋਏ, ਤੇ ਨਾਲ ਚੋਰੀ ਵੀ ਕਰੀ ਜਾਵਾਂ। ਫਿਰ ਕਹਿ ਦਵਾਂ ਦਵਾਈ ਖਾਣੀ ਹੈ ਤੇ ਨਾਲ ਪਰਹੇਜ਼ ਰੱਖਣਾ, ਤਾਂ ਜਾ ਕੇ ਕਿਧਰੇ ਰੋਗ ਦੂਰ ਹੋਣਗੇ। ਬਾਣੀ ਪੜ੍ਹਨੀ ਹੈ, ਸੁਣਨੀ ਹੈ, ਉਸ ਨੂੰ ਮੰਨਣਾ ਹੈ, ਜੀਵਨ ਉੱਪਰ ਲਾਗੂ ਕਰਨਾ ਹੈ। ਇਸ ਨੂੰ ਧਰਮ ਦੀ ਕਮਾਈ ਕਹਿੰਦੇ ਆ। ਜਿਵੇਂ ਅਰਦਾਸ ਵਿੱਚ ਕਿਹਾ ਸੀ, ਜਿਨ੍ਹਾਂ ਨੇ ਪੰਥ ਤੋਂ ਸੀਸ ਵਾਰ ਦਿੱਤੇ, ਰੇਜ਼ਾ ਰੇਜ਼ਾ ਹੋ ਗਏ, ਬੰਦ ਬੰਦ ਕਟਵਾਏ, ਪਰ ਧਰਮ ਨਹੀਂ ਹਾਰਿਆ। ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਦਾ, ਤੇ ਕਮਾਈ ਹੈ ਕਿ ਆਓ ਅਰਦਾਸ ਚੋਂ ਹੀ ਲੱਭ ਲੈਂਦੇ ਆ, ਸੌਖਾ ਹੋ ਜਾਏਗਾ। ਅਰਦਾਸ ਚੋਂ ਹੀ ਕਮਾਈ ਲੱਭ ਲੈਂਦੇ ਆ। ਕੀ ਹੈ ਕਮਾਈ? ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤਪੀਆਂ। ਹੁਣ ਆ ਗਈ ਕਮਾਈ। ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕਮਾਈ ਹੈ ਕੀ? ਕਮਾਈ ਹੁਣ ਇਹ ਹੈ। ਕੀ ਕਮਾਈ ਹੈ? ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਸੁਣੋ ਬਾਣੀ ਨੂੰ, ਸਿਰਫ ਸੁਣੀ ਨਾ ਜਾਓ, ਪਰਚੀ ਪੜ੍ਹੀ ਨਾ ਜਾਓ, ਪੜ੍ਹੀ ਨਾ ਜਾਈਏ। ਕਰੀਏ ਕੀ? ਸੁਣਿਆ, ਮੰਨਿਆ, ਹੁਣ ਉਸ ਨੂੰ ਮੰਨੋ ਵੀ। ਹੁਣ ਲਿਖਿਆ ਹੋਵੇ ਗੁਰਬਾਣੀ 'ਚ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਪੜ੍ਹੀ ਵੀ ਜਾਵਾਂ ਮੈਂ, ਰੋਜ਼ ਪੜ੍ਹੀ ਜਾ ਰਿਹਾ। ਦੁਕਾਨ 'ਤੇ ਬੈਠਿਆ, ਆ ਗਿਆ ਗ੍ਰਾਹਕ ਤੇ ਸੋਚ ਰਿਹਾ, ਪੜ੍ਹ ਰਿਹਾ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਗ੍ਰਾਹਕ ਆ ਗਿਆ ਤੇ ਹੁਣ ਮੈਂ ਸੋਚਾਂ ਇਸ ਨੂੰ ਵੱਧ ਤੋਂ ਵੱਧ ਟਾਂਕਾ ਕਿਵੇਂ ਲਗਾਉਣਾ ਹੈ, ਵੱਧ ਤੋਂ ਵੱਧ ਇਸ ਦੀ ਜੇਬ ਕਿਵੇਂ ਕੱਟਾਂ ਮੈਂ, ਤੇ ਨਾਲ ਬਾਣੀ ਪੜ੍ਹੀ ਜਾਵਾਂ। ਹੋਏਗਾ ਉਸ ਬਾਣੀ ਦਾ ਕੁਝ ਅਸਰ ਮੈਨੂੰ? ਕਿਉਂਕਿ ਉਸ ਬਾਣੀ ਨੂੰ ਸੁਣ ਤੇ ਲਿਆ, ਪਰ ਉਸ ਨੂੰ ਮੰਨਿਆ ਕੋਈ ਨਹੀਂ। ਸੁਣਿਆ, ਮੰਨਿਆ, ਮਨ ਕੀਤਾ ਭਾਓ। ਸੁਣਿਆ ਦੀ 4 ਪੌੜੀਆਂ ਜਪਜੀ ਸਾਹਿਬ ਵਿੱਚ, ਫਿਰ ਮੰਨਿਆ ਦੀ ਵੀ। ਜਦੋਂ ਤੱਕ ਬਾਣੀ ਨੂੰ ਮੰਨ ਨਹੀਂ ਲੈਂਦੇ, ਉਹ ਦੁੱਖ ਵੀ ਦੂਰ ਨਹੀਂ ਹੁੰਦੇ। ਮੈਨੂੰ ਲੱਗਦਾ ਸਾਹਿਬਜ਼ਾਦੇ ਮੰਨ ਚੁੱਕੇ ਸਨ, ਗੁਰੂ ਅਰਜਨ ਸਾਹਿਬ ਮੰਨ ਚੁੱਕੇ ਸਨ। ਕੀ ਮੰਨ ਚੁੱਕੇ ਸਨ? ਤਨ ਮਨ ਕਾਟ,
ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੈ, ਹਰ ਮੇਲ ਲਹਿੋ ਵਡਿਆਈ। ਤੂੰ ਮੈਨੂੰ ਆਪਣੇ ਨਾਲ ਮਿਲਾ ਲੈ ਸਹੀ, ਕੁਝ ਦੇਂਗਾ ਖਾਣ ਨੂੰ ਠੀਕ, ਨਹੀਂ ਦੇਂਗਾ ਤੇ ਤੇਰਾ ਸ਼ੁਕਰ, ਦੇਂਗਾ ਪਾਣ ਨੂੰ ਤੇ ਠੀਕ, ਨਹੀਂ ਦੇਂਗਾ ਤੇ ਤੇਰਾ ਸ਼ੁਕਰ। ਜਿੱਥੇ ਰੱਖੇਗਾ ਉੱਥੇ ਰਹਿ ਜਾਵਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੌਜ ਵਿੱਚ ਜਿਤਨੇ ਸਿਪਾਹੀ ਸਨ, ਉਹਨਾਂ ਦੀ ਇੱਕੋ ਮੰਗ ਸੀ, 6 ਮਹੀਨੇ ਬਾਅਦ ਇੱਕ ਕੱਪੜਾ ਤੇ ਦਿਨ ਵਿੱਚ ਇੱਕ ਵਕਤ ਦੀ ਰੋਟੀ ਦੇ ਦੇਂ, ਸਾਈਂ ਜਿੱਥੇ ਕਹੇਗਾ ਉੱਥੇ ਗਰਦਨ ਕਟਵਾ ਦਾਂਗੇ। ਗਰਦਨ ਕਟਵਾਉਣੀ ਤੇ ਬੜੀ ਦੂਰ ਦੀ ਗੱਲ ਰਹੀ, ਸਵੇਰੇ ਰਜਾਈਆਂ ਤੋਂ ਬਾਹਰ ਨਿਕਲ ਕੇ ਅੰਮ੍ਰਿਤ ਵੇਲਾ ਸਾਹਮਣਾ ਹੀ ਸਾਡੇ ਲਈ ਬੜਾ ਔਖਾ ਹੈ। ਖਾਲਸਾ ਸੋ ਜੋ ਕਰੈ ਨਿਤ ਜੰਗ, ਖਾਲਸਾ ਸੋ ਜੋ ਚੜ੍ਹੈ ਤੁਰੰਗ। ਰਹਿਤਨਾਮਿਆਂ ਦੇ ਬੋਲ ਨੇ, ਕਹਿੰਦੇ ਨੇ ਖਾਲਸਾ ਉਹ ਹੈ ਜਿਹੜਾ ਰੋਜ਼ ਜੰਗ ਕਰ ਰਿਹਾ। ਹੁਣ ਤੁਸੀਂ ਸੋਚੋ, ਲਿਖਿਆ ਰਹਿਤਨਾਮੇ ਵਿੱਚ ਜੰਗ, ਤੇ ਕੱਢੋ ਤਲਵਾਰ ਤੇ ਮਹੱਲੇ 'ਚ ਧਵਾਈ ਪਾਓ, ਤੁਸੀਂ ਕਿ ਜੰਗ ਕਰਨੀ ਹੈ? ਕਰਨੀ ਜੇ ਜੰਗ, ਬਾਣੀ ਲਿਖਿਆ ਤੇ ਕਰਨੀ ਪਏਗੀ। ਪਰ ਜੰਗ ਹੁੰਦੀ ਜ਼ਾਲਮ ਨਾਲ, ਚੋਰ ਨਾਲ, ਦੁਸ਼ਟ ਨਾਲ। ਮੇਰੇ ਕੋਲ ਕਿਹੜਾ ਜ਼ਾਲਮ ਹੈ? ਜਾਂ ਫਿਰ ਲੱਭਾਂ ਜਾ ਜਾ ਕੇ ਤੇ ਜੇਲ੍ਹ ਖੁਲਵਾ ਤੇ ਬਈ ਮੈਂ ਜੰਗ ਕਰਨੀ ਹੈ, ਖੋਲ ਦਿਓ ਇਹਨਾਂ ਨੂੰ। ਨਹੀਂ ਨਹੀਂ, ਸਾਡੇ ਕੋਲ ਜ਼ਾਲਮ ਅੰਦਰ ਹੀ ਬੈਠੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਜ਼ਾਲਮ ਦਾ ਕੰਮ ਇੱਕ ਹੁੰਦਾ, ਲੁੱਟ ਕੇ ਲੈ ਜਾਂਦਾ ਸਾਨੂੰ। ਇਹ ਕੀ ਲੁੱਟ ਰਹੇ ਨੇ? ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਇਹਨਾਂ ਨਾਲ ਜੰਗ ਕਰਨੀ ਹੈ। ਸਵੇਰੇ ਆਲਸ ਨਾਲ ਜੰਗ ਕਰਨੀ ਹੈ। ਉਠ ਫਰੀਦਾ ਉਜ਼ੂ ਸਾਜ, ਸੁਬਾ ਨਿਵਾਸ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਹੱਦ ਤਾਂ ਇੱਥੇ ਹੋ ਗਈ, ਲਿਖਦੇ ਨੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਆਂ ਬਾਲਣ ਸੰਦੇ ਥਾਏ। ਕਹਿੰਦੇ ਤੰਦੂਰ ਵਿੱਚ ਲੱਕੜਾਂ ਦੀ ਜਗ੍ਹਾ ਉਹਨਾਂ ਦਾ ਸਿਰ ਪਾ ਦਿਓ ਜਿਹੜੇ ਅੰਮ੍ਰਿਤ ਵੇਲੇ ਸੁੱਤੇ ਪਏ ਨੇ। ਗੁਰਬਾਣੀ ਵੀ ਸਾਨੂੰ ਬਾਰ-ਬਾਰ ਕਹੇਗੀ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ। ਗੁਰਬਾਣੀ ਬਾਰ-ਬਾਰ ਮੈਨੂੰ ਹਲੂਣਾ ਦੇਗੀ, ਗੁਰ ਸਤਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਸਾਰੀ ਗੱਲ ਮੈਂ ਉੱਥੇ ਲੈ ਕੇ ਆਣੀ ਹੈ ਕਿ ਸਾਹਿਬਜ਼ਾਦੇ ਇਤਨੇ ਅਡੋਲ ਕਿਉਂ ਰਹੇ। ਸ਼ਹੀਦੀ ਦਿਹਾੜੇ ਅਸੀਂ ਮਨਾ ਰਹੇ ਹਾਂ, ਨੀਹਾਂ ਵਿੱਚ ਚਿਣੇ ਗਏ, ਗੋਡਿਆਂ ਦੀ ਚੱਪਣੀਆਂ ਉਤਾਰ ਦਿੱਤੀਆਂ ਗਈਆਂ। ਸਾਹਿਬਜ਼ਾਦਾ ਫਤਿਹ ਸਿੰਘ ਦੀ ਇੱਕ ਅੱਖ ਵੀ ਕੱਢ ਦਿੱਤੀ ਗਈ, ਬੈਂਤਾਂ ਨਾਲ ਮਾਰ-ਮਾਰ ਕੇ ਸਰੀਰ ਵੀ ਸੁਜਾ ਦਿੱਤਾ ਗਿਆ, ਹੱਥਾਂ ਵਿੱਚ ਗਰਮ ਕੋਇਲੇ ਵੀ ਪਕੜਾ ਦਿੱਤੇ ਗਏ, ਪੋਟੇ ਵੀ ਸਾੜ ਦਿੱਤੇ ਗਏ, ਤਾਂ ਵੀ ਡੋਲੇ ਕੋਈ ਨਹੀਂ। ਮੈਂ ਗੱਲ ਇੱਥੇ ਲਿਆਣੀ ਹੈ, ਗੁਰੂ ਅਰਜਨ ਦੇਵ ਜੀ ਨੂੰ ਤਵੇ ਤੇ ਬਿਠਾ ਦਿੱਤਾ ਗਿਆ, ਸਿਰ ਤੇ ਰੇਤ ਵੀ ਪਾ ਦਿੱਤੀ ਗਈ, ਪਾਣੀ ਵਿੱਚ ਉਬਾਲ ਵੀ ਦਿੱਤਾ ਗਿਆ, ਤਾਂ ਵੀ ਉਹ ਤਵੇ ਤੇ ਬੈਠ ਕੇ ਕੀ ਕਹਿ ਰਹੇ ਨੇ? ਤੇਰਾ ਕੀਆ ਮੀਠਾ ਲਾਗੈ। ਹੁਣੇ ਵੀ ਕੁਝ ਮੰਗ ਰਹੇ ਨੇ। ਮੇਰੀ ਮੰਗ ਹੈ ਕਿ ਹਰ ਨਾਮ ਪਦਾਰਥ ਨਾਨਕ ਮੰਗੈ। ਅਸੀਂ ਬਸ ਇਹੀ ਦੇਖ ਲਈਏ ਸਾਡੀ ਮੰਗ ਕੀ ਹੈ। ਜੇ ਤਵੇ ਤੇ ਬੈਠਣਾ ਮਿੱਠਾ ਲੱਗ ਰਿਹਾ ਹੈ ਤੇ ਮੰਗ ਰਹੇ ਨੇ ਕੁਝ, ਉਹਨਾਂ ਨੂੰ ਮਿਲ ਚੁੱਕਿਆ ਹੈ। ਉਹ ਕੀ ਮੰਗਿਆ? ਹਰ ਨਾਮ ਪਦਾਰਥ। ਵਾਹਿਗੁਰੂ ਤੋਂ ਕੇਵਲ ਵਾਹਿਗੁਰੂ ਦਾ ਨਾਮ ਮੰਗਿਆ। ਅਸੀਂ ਆ ਕੇ ਕੀ ਮੰਗ ਲਿਆ? ਵਾਹਿਗੁਰੂ ਜੀ ਪਾਸ ਹੋ ਜਾਈਏ, ਵਾਹਿਗੁਰੂ ਜੀ ਪੈਸਾ ਆ ਜਾਏ, ਵਾਹਿਗੁਰੂ ਜੀ ਤਨਖਾਹ ਵੱਧ ਜਾਏ, ਕਿਸੇ ਤਰ੍ਹਾਂ ਕਾਰੋਬਾਰ ਵੱਧ ਜਾਏ, ਗੱਡੀਆਂ ਕੋਠੀਆਂ ਕਾਰਾਂ ਵੱਧ ਜਾਣ। ਤੇ ਫਿਰ ਤੇ ਅਡਿੱਗ ਰਹਿਣਾ, ਅਡੋਲ ਰਹਿਣਾ ਬੜਾ ਹੀ ਔਖਾ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ, ਉਠੋ, ਚੁੱਕੋ ਸ਼ਸਤਰ ਤੇ ਕਰੋ ਮੁਕਾਬਲਾ। ਗੁਰੂ ਸਾਹਿਬ ਮੰਤਰ ਪੜਾਂਗੇ ਸਾਰੇ ਹੀ ਅੰਨੇ ਹੋ ਜਾਣਗੇ। ਪੜ੍ਹੀ ਜਾ ਰਿਹਾ ਮੈਂ ਮੰਤਰ, ਡੀ ਕੋਲ ਡੀ ਕੋਲ ਡੀ ਕੋਲ, ਹੋ ਜਾਏਗਾ ਜੀ ਜ਼ੁਕਾਮ ਦੂਰ। ਉਹ ਵੀ ਮੰਤਰ ਪੜ੍ਹੀ ਗਏ, ਯੱਗ ਕਰੀ ਗਏ। ਗੁਰੂ ਸਾਹਿਬ ਨੇ ਲਿਖ ਦਿੱਤਾ, ਆ ਗਿਆ ਬਾਬਰ, ਐਸੀ ਮਾਰ ਕਾਟ ਕੀਤੀ, ਸ਼ਿਵ ਦੀ ਪੂਰੀ ਮੂਰਤੀ ਮਲੀਆ ਮੇਟ ਕਰਕੇ ਚਲਾ ਗਿਆ। ਸਾਰੇ ਹੀਰੇ ਇਕੱਠੇ ਕੀਤੇ, ਉਹ ਟਲ ਦਾ ਸਾਰਾ ਸੋਨਾ ਵੀ ਇਕੱਠਾ ਕੀਤਾ, ਖੁਰਾ ਖੋਜ ਮਿਟਾ ਕੇ ਚਲਾ ਗਿਆ। ਗੁਰੂ ਸਾਹਿਬ ਲਿਖਦੇ ਨੇ, ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ। ਕਹਿੰਦੇ ਮੈਂ ਦੇਖਦਾ ਰਿਹਾ, ਉਹ ਕਹਿੰਦੇ ਸੀ ਅਸੀਂ ਹਵਨ ਕਰਾਂਗੇ, ਜਗ ਕਰਾਂਗੇ, ਸਾਰੇ ਮੁਗਲ ਹੀ ਅੰਨੇ ਹੋ ਜਾਣਗੇ। ਕਹਿੰਦੇ ਮੈਨੂੰ ਇੱਕ ਵੀ ਨਹੀਂ ਦਿਖਿਆ ਜਿਹੜਾ ਅੰਨਾ ਹੋਏ, ਇੱਕ ਵੀ ਨਹੀਂ ਦਿਖਿਆ ਜਿਸ ਨੂੰ ਦਿਸਣੋਂ ਹਟ ਗਿਆ ਹੋਵੇ। ਕਿਉਂ? ਉਹ ਪੜ੍ਹਤੇ ਰਹੇ ਸੀ ਡੀ ਕੋਲਡ ਡੀ ਕੋਲਡ ਡੀ ਕੋਲਡ। ਨਾ ਉਹਨਾਂ ਨੇ ਕੈਮਿਸਟ ਤੋਂ ਖਰੀਦੀ, ਨਾ ਉਸ ਨੂੰ ਖਾਇਆ ਤੇ ਨਾ ਪਰਹੇਜ਼ ਵੀ ਕੀਤੀ। ਗੁਰੂ ਨਾਨਕ ਸਾਹਿਬ। ਅੱਗੇ ਤੁਰੀਏ, ਗੁਰੂ ਅੰਗਦ ਦੇਵ ਜੀ ਨਿਤਨੇਮ 'ਚ ਬੈਠੇ ਨੇ। ਗੁਰੂ ਸਾਹਿਬ ਅੱਖਾਂ ਬੰਦ ਨੇ, ਨਿਤਨੇਮ ਕਰ ਰਹੇ ਨੇ। ਹੁਮਾਯੂੰ ਆ ਗਿਆ, ਸ਼ੇਰ ਸ਼ਾਹ ਸੂਰੀ ਨਾਲ ਇਸ ਦਾ ਹੋਇਆ ਜੰਗ, ਹਾਰ ਗਿਆ ਜੰਗ।
ਕਿਸੇ ਨੇ ਕਿਹਾ ਗੁਰੂ ਨਾਨਕ ਸਾਹਿਬ ਤੋਂ ਤੇਰੇ ਬਾਪ ਨੇ ਅਰਦਾਸ ਕਰਵਾਈ ਸੀ ਤੇ ਤੂੰ ਠੀਕ ਹੋਇਆ ਸੀ। ਹੁਮਾਯੂੰ ਬਿਮਾਰ ਬੜਾ ਸੀ, ਗੁਰੂ ਨਾਨਕ ਸਾਹਿਬ ਨੇ ਅਰਦਾਸ ਕੀਤੀ ਤੇ ਅਰੋਗ ਹੋ ਗਿਆ ਸੀ। ਤੂੰ ਵੀ ਉਹਨਾਂ ਤੋਂ ਅਰਦਾਸ ਕਰਾ ਤੇ ਤੂੰ ਠੀਕ ਹੋਵੇਂਗਾ। ਪਹੁੰਚ ਗਿਆ ਖਡੂਰ ਸਾਹਿਬ, ਸਿੱਖਾਂ ਨੂੰ ਕਹਿੰਦਾ ਗੁਰੂ ਸਾਹਿਬ ਨੂੰ ਬੁਲਾਓ। ਉਹ ਕਹਿੰਦੇ ਨੇ ਗੁਰੂ ਸਾਹਿਬ ਨੂੰ ਨਹੀਂ ਬੁਲਾਇਆ ਜਾਂਦਾ, ਇੱਥੇ ਤੇ ਨੌਕਰ ਬਣ ਕੇ ਗੁਰੂ ਸਾਹਿਬ ਕੋਲ ਜਾਇਆ ਜਾਂਦਾ ਹੈ। ਪਹੁੰਚ ਗਿਆ, ਦੇਖ ਰਿਹਾ ਬੈਠੇ ਨੇ ਤਖਤ ਤੇ, ਅੱਖਾਂ ਖੋਲ ਹੀ ਨਹੀਂ ਰਹੇ। ਖੜਾਕ ਵੀ ਕਰਦਾ ਹੈ ਪਹੁੰਚ ਕੇ ਕਿ ਬਾਦਸ਼ਾਹ ਆ ਗਿਆ। ਗੁਰੂ ਸਾਹਿਬ ਟਸ ਤੋਂ ਮਸ ਨਹੀਂ। ਮੈਂ ਦੇਖਦਾ ਅਸੀਂ ਵੀ ਗੁਰਦੁਆਰੇ ਆਉਂਦੇ ਆ ਉਹਦੇ ਨਾਲ ਲੈ ਕੇ, ਪ੍ਰਧਾਨ ਆ ਰਿਹਾ, ਪਤਾ ਚੱਲਣਾ ਚਾਹੀਦਾ ਸਾਰਿਆਂ ਨੂੰ। ਡਰ ਕੇ ਬੈਠਣ ਰਾਗੀ ਵੀ ਤੇ ਪ੍ਰਚਾਰਕ ਵੀ। ਮੈਂਬਰ ਆ ਗਏ ਨੇ, ਆ ਗਿਆ ਬਾਦਸ਼ਾਹ, ਲਾਓ ਲਸ਼ਕਰ ਲੈ ਕੇ ਅੰਦਰ ਬੈਠ ਗਿਆ। ਖੜਾਕ ਵੀ ਕੀਤੀ, ਗੁਰੂ ਸਾਹਿਬ ਟਸ ਤੋਂ ਮਸ ਨਹੀਂ। ਹੱਦ ਤਾਂ ਇੱਥੇ ਹੋ ਗਈ, ਖੜਾ ਹੋ ਗਿਆ ਤੇ ਆਪਣੇ ਤਲਵਾਰ ਹੀ ਕੱਢਣ ਦੀ ਕੋਸ਼ਿਸ਼ ਕੀਤੀ, ਮੁੱਠ ਤੇ ਪਾਇਆ ਹੱਥ। ਗੁਰੂ ਸਾਹਿਬ ਨੇ ਅੱਖਾਂ ਖੋਲ ਕੇ ਇੱਕ ਗੱਲ ਕਹੀ, ਹੁਮਾਯੂੰ ਜਿੱਥੇ ਕੱਢਣੀ ਸੀ ਸ਼੍ਰੀ ਸਾਹਿਬ ਉੱਥੇ ਤੇ ਕਾਇਰਾਂ ਦੀ ਤਰ੍ਹਾਂ ਦੌੜ ਆਇਆ ਫਕੀਰਾਂ ਉੱਪਰ। ਸਾਰਾ ਹੰਕਾਰ ਹੀ ਤੋੜ ਕੇ ਛੱਡ ਦਿੱਤਾ। ਮੈਂ ਦੇਖਿਆ ਗੁਰੂਆਂ ਕੋਲ ਕੈਸੀ ਲਾਸਾਨੀ ਤਾਕਤ ਸੀ। ਜੇ ਉਹ ਬੋਲਾਂ ਨਾਲ ਇੱਕ ਜੰਗ ਰੁਕਵਾ ਸਕਦੇ ਸੀ ਤੇ ਸ਼ਮਸ਼ੀਰਾਂ ਚੁੱਕ ਕੇ ਕਿਸੇ ਦੇ ਜ਼ਾਲਮ ਦੇ ਪੈਰ ਵੀ ਵੱਢ ਸਕਦੇ ਸੀ। ਉਹਨਾਂ ਦੇ ਬੋਲ ਵੀ ਕ੍ਰਾਂਤੀਕਾਰੀ, ਉਹਨਾਂ ਦੇ ਹਥਿਆਰ ਵੀ ਕ੍ਰਾਂਤੀਕਾਰੀ। ਪਰ ਕਲਗੀਧਰ ਨੂੰ ਪੁੱਛ ਲਵਾਂ ਤੁਸੀਂ ਤਲਵਾਰ ਕਿਉਂ ਚੁੱਕੀ ਹੈ? ਕਹਿੰਦੇ ਮੈਂ ਲਾਚਾਰ ਹੋ ਕੇ ਚੁੱਕੀ ਹੈ, ਮੈਨੂੰ ਸ਼ੌਂਕ ਨਹੀਂ ਸੀ। ਜ਼ਫਰਨਾਮੇ ਦੇ ਬੋਲ ਲਿਖਦੇ ਹਨ, ਬਲਾਚਾਰ ਗੀ ਦਰਮਿਆਮ ਆਮਦਮ ਬਤਦ ਬੀਰੋ ਤੀਰੋ ਤੁਫੰਗ ਆਮਦਮ। ਤੀਰ ਤੁਫੰਗ ਤੋਪਾਂ ਤਲਵਾਰਾਂ ਮੈਂ ਤਾਂ ਚੁੱਕੀਆਂ, ਲਾਚਾਰ ਹੋ ਗਿਆ ਸੀ। ਗੁਰੂ ਸਾਹਿਬ ਕਿਉਂ ਲਾਚਾਰ ਹੋਏ ਹੋ? ਕਹਿੰਦੇ ਮੈਂ ਔਰੰਗਜ਼ੇਬ ਦੇ ਹੱਥ ਜੋੜੇ ਕਿ ਔਰੰਗਜ਼ੇਬ ਖੂਨ ਦਾ ਤੂੰ ਪਿਆਸਾ ਹੈ, ਹਿੰਦੁਸਤਾਨ ਦੀ ਸੰਸਕ੍ਰਿਤੀ ਦਾ, ਆਪਣਾ ਬਾਪ ਭੇਜ ਰਿਹਾ, ਪੀ ਲੈ ਜਿੰਨਾ ਖੂਨ ਪੀ ਸਕਦਾ ਇਸ ਦਾ। ਕਹਿੰਦੇ ਪੀ ਵੀ ਲਿਆ ਉਸਨੇ ਚਾਂਦਨੀ ਚੌਂਕ ਵਿੱਚ ਖੂਨ। ਭਾਈ ਸਤੀ ਦਾਸ ਦਾ ਵੀ, ਮਤੀ ਦਾਸ ਦਾ ਵੀ, ਭਾਈ ਦਿਆਲ ਦਾਸ ਦਾ ਵੀ, ਤਾਂ ਵੀ ਉਸਦੀ ਪਿਆਸ ਨਹੀਂ ਬੁਝੀ। ਔਰੰਗਜ਼ੇਬ ਨੂੰ ਮੈਂ ਚਿੱਠੀਆਂ ਪਾਈਆਂ, ਔਰੰਗਜ਼ੇਬ ਆਪਣੇ ਜ਼ਾਲਮ ਕਦਮ ਰੋਕ ਦੇ, ਹਿੰਦੁਸਤਾਨ ਦੀ ਸੰਸਕ੍ਰਿਤੀ ਕੁਚਲੀ ਜਾ ਰਹੀ ਹੈ ਤੇਰੇ ਕਦਮਾਂ ਥੱਲੇ। ਉਹ ਨਹੀਂ ਰੁਕਿਆ। ਮੇਰੀ ਅਰਜ਼ੋਈਆਂ ਤੇ, ਮੇਰੀ ਬੇਨਤੀਆਂ ਤੇ, ਮੇਰੀ ਚਿੱਠੀਆਂ ਤੇ ਜਦੋਂ ਔਰੰਗਜ਼ੇਬ ਨਹੀਂ ਰੁਕਿਆ, ਆਪਣੀ ਸ਼ਮਸ਼ੀਰ ਤੋਂ ਉਸਦੇ ਜ਼ਾਲਮ ਕਦਮ ਕੱਟ ਕੇ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾ ਲੈਣਾ ਮੈਂ ਆਪਣਾ ਧਰਮ ਸਮਝਦਾ ਹਾਂ। ਚੁੰਕਾਰ ਅਜ਼ ਹਮਾ ਹੀਲਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹਲਾਲ ਹੈ ਮੇਰੇ ਲਈ। ਕੀ ਹਲਾਲ ਹੈ? ਹਲਾਲ ਦਾ ਮਤਲਬ ਹੁੰਦਾ ਸੱਚ ਹੈ। ਕੀ ਹੈ ਸੱਚ? ਕਿ ਉਸ ਜ਼ਾਲਮ ਦੇ ਪੈਰ ਆਪਣੀ ਸ਼ਮਸ਼ੀਰ ਨਾਲ ਕੱਟ ਦੇਣੇ ਤਾਂ ਕਿ ਹਿੰਦੁਸਤਾਨ ਦੀ ਸੰਸਕ੍ਰਿਤੀ ਬਚ ਜਾਏ। ਮੇਰੇ ਲਈ ਸੱਚ ਹੈ। ਗੁਰੂ ਅਮਰਦਾਸ ਸਾਹਿਬ ਆਪਣੀ ਛੋਟੀ ਲੜਕੀ ਦਾ ਨਾਮ ਰੱਖਿਆ ਬੀਬੀ ਭਾਨੀ, ਵੱਡੀ ਦਾਨੀ। ਦਾਨੀ ਭਾਈ ਰਾਮਾ ਜੀ ਨਾਲ ਵਿਆਹੀ ਗਈ। ਬੀਬੀ ਭਾਨੀ ਭਾਈ ਜੇਠਾ ਨਾਲ, ਜਿਹੜੇ ਬਾਅਦ ਚੋਂ ਗੁਰੂ ਰਾਮਦਾਸ ਬਣੇ, ਉਹਨਾਂ ਨਾਲ ਵਿਆਹੀ ਗਈ। ਵਿਆਹ ਹੋਇਆ ਤੇ 3 ਭੱਬੇ ਪਕੜਾਏ। ਕਹਿੰਦੇ ਪੁੱਤਰ ਇਹ 3 ਚੀਜ਼ਾਂ ਲੈ ਜਾਈਂ, 2 ਚੀਜ਼ਾਂ ਨਾ ਲੈ ਕੇ ਜਾਈਂ। ਕੀ 3 ਚੀਜ਼ਾਂ ਲੈ ਜਾ? 3 ਭੱਬੇ ਲੈ ਜਾਈਂ। ਭਾਣਾ ਤੇਰਾ ਨਾਮ ਰੱਖਿਆ ਤੇ 3 ਭੱਬੇ ਹੀ ਤੈਨੂੰ ਦੇ ਦਾਂ। ਭੱਬਾ ਭੁੱਲੀ ਜੀ, ਭੱਬਾ ਭਲਾ ਜੀ, ਭੱਬਾ ਭਾਣਾ ਜੀ। ਕਿਸੇ ਦੀ ਵੀ ਗਲਤੀ ਹੋਏ ਹੱਥ ਬੰਨ ਲਈ, ਮੈਂ ਭੁੱਲ ਗਈ, ਘਰ ਸ਼ਾਂਤੀ ਹੋ ਜਾਏਗੀ। ਜੀਵਨ ਵਿੱਚ ਕੋਈ ਦੁੱਖ ਆ ਜਾਏ, ਕਹਿ ਦੇਈਂ ਭਾਣਾ ਜੀ, ਤੇਰਾ ਭਾਣਾ, ਤੇ ਹੋ ਜਾਵੇ ਕੋਈ ਸੁੱਖ ਤੇ ਕਹੀਂ ਭਲਾ ਜੀ। ਇਹ 3 ਭੱਬੇ ਲੈ ਜਾ, ਸਦਾ ਸੁਖੀ ਰਹੇਂਗੀ। ਲੈ ਗਏ 3 ਭੱਬੇ। ਇੱਕ ਦਿਨ ਗੁਰੂ ਅਮਰਦਾਸ ਜੋ ਕਿ ਬਹੁਤ ਬਜ਼ੁਰਗ ਹੋ ਚੁੱਕੇ ਹਨ, ਬੀਬੀ ਭਾਨੀ ਜੀ ਇਸ਼ਨਾਨ ਕਰਾ ਰਹੇ ਹਨ। ਸਾਖੀ ਸਾਰਿਆਂ ਨੂੰ ਪਤਾ ਹੈ। ਪਾਵਾ ਟੁੱਟਿਆ, ਉਹਨਾਂ ਨੇ ਪੈਰ ਥੱਲੇ ਰੱਖ ਦਿੱਤਾ ਕਿ ਬਜ਼ੁਰਗ ਗੁਰੂ ਥੱਲੇ ਨਾ ਗਿਰ ਜਾਣ। ਇਸ਼ਨਾਨ ਕਰਾ ਰਹੇ ਹਨ, ਕਿੱਲਾਂ ਪੈਰਾਂ ਦੇ ਅੰਦਰ ਬੀਬੀ ਭਾਨੀ ਦੇ। ਗੁਰੂ ਸਾਹਿਬ ਨੇ ਦੇਖਿਆ ਪਾਣੀ ਤੇ ਚੋਰਿਆ, ਲਾਲ ਕਿਉਂ ਹੋ ਗਿਆ ਪਾਣੀ? ਦੇਖ ਲਿਆ ਭਾਨੀ ਦਾ ਪੈਰ ਹੈ। ਭਾਨੀਏ ਇਹ ਕੀ ਕੀਤਾ ਜੀ? ਕਹਿੰਦੀ ਗੁਰੂ ਸਾਹਿਬ ਮੈਂ ਤੇ ਕੁਛ ਨਹੀਂ ਕੀਤਾ, ਭੱਬੇ ਤੁਸੀਂ ਭੇਜੇ ਸੀ ਮੈਨੂੰ। ਭਾਣਾ ਜੀ, ਭਾਣਾ ਮੰਨ ਲਿਆ। ਪਾਣੀ ਤੇਰਾ ਬੜਾ ਸਿਦਕ ਹੈ ਸਿੱਖੀ ਵਿੱਚ, ਬੜੀ ਅਡਿੱਗ, ਬੜੀ ਅਡੋਲ, ਬੜਾ ਸਬਰ ਹੈ ਤੇਰੇ ਅੰਦਰ। ਗੁਰੂ ਸਾਹਿਬ ਜੇ ਸਬਰ ਮੇਰੇ ਅੰਦਰ ਹੈ ਤੇ ਇਹ ਸਬਰ ਮੇਰੀ ਜ਼ਾਤ ਨੂੰ, ਮੇਰੀ ਕੁਲ ਨੂੰ ਹੀ ਬਖਸ਼ੀ ਰੱਖਣਾ। ਜੇ ਕੋਈ ਹੋਰ ਬਰਦਾਸ਼ਤ ਨਹੀਂ ਕਰ ਸਕਦਾ
ਗੁਰੂ ਸਾਹਿਬ ਕਹਿੰਦੇ ਨੇ ਤੇਰੀ ਕੁਲ ਨੂੰ ਬਖਸ਼ ਤੇ ਦਿਆਂਗਾ ਸਬਰ, ਪਰ ਰੱਖਦਾ ਤੇਰੇ ਸਿਰ ਤੇ ਹੱਥ, ਇੱਕ ਵਾਰ ਹੁਣੇ ਹੀ ਦੇਖ ਲੈ ਤੇਰੀ ਕੁਲ ਨਾਲ ਹੋਵੇਗਾ ਕੀ। ਜੇ ਬਰਦਾਸ਼ਤ ਕਰ ਸਕਦੀ ਹੈ ਤੇ ਹੁਣੇ ਗੁਰਗੱਦੀਆਂ ਤੇਰੀ ਕੁਲ ਵਿੱਚ ਆ ਜਾਣਗੀਆਂ। ਰੱਖਿਆ ਸਿਰ ਤੇ ਹੱਥ 10 ਪਾਣੀ, ਕੀ ਦੇਖ ਰਹੀ ਹੈ। ਬੀਬੀ ਭਾਨੀ ਜੀ ਦੇ ਬੋਲ ਇੱਕ ਅਦੀਬ ਲਿਖਦਾ ਹੈ, ਦੇਖ ਰਹੀ ਹਾਂ ਪਿਤਾ ਜੀ ਤੱਤੀ ਤਵੀ ਤੇ ਤਪਨ ਨੂੰ ਮੇਰਾ ਹੀ ਬੇਟਾ ਬਹੇਗਾ। ਤੱਤੀ ਤਵੀ ਤੇ ਤਪਨ ਨੂੰ ਮੇਰਾ ਹੀ ਬੇਟਾ ਬਹੇਗਾ, ਦਿੱਲੀ ਬਹਾਦਰ ਤੇਗ ਮੇਰੇ ਦਾ ਹੀ ਖੂਨ ਟਹੇਗਾ, ਮੇਰਾ ਹੀ ਜੋੜਾ ਚਿਣਨਗੇ ਸਰਹਿੰਦ ਦੀ ਦੀਵਾਰ ਅੰਦਰ, ਟੋਟੇ ਹੋ ਚਮਕੌਰ ਵਿੱਚ ਮੇਰਾ ਹੀ ਜੋੜਾ ਢਹੇਗਾ। ਮੈਂ ਬਰਬਾਦ ਹੋਵਾਂ ਜਗ ਆਬਾਦ ਹੋਵੇ, ਇਹ ਮੈਂ ਆਪਣੇ ਮਨ ਵਿੱਚ ਠਾਨੀ ਹੈ, ਸਫਲ ਹੋਏ ਨਾਮ ਤਦ ਰੱਖਿਆ ਤੁਸਾ ਜੋ ਭਾਨੀ ਹੈ। ਵਾਹ ਭਾਨੀ ਹੈ, ਪਹਿਲੇ ਹੀ ਪਤਾ ਸੀ ਮੇਰਾ ਬੇਟਾ ਬਹੇਗਾ, ਤੇਗ ਬਹਾਦਰ ਦਾ ਖੂਨ ਡੁਲੇਗਾ, 2 ਟੋਟੇ ਸਰਹਿੰਦ ਤੇ 2 ਚਮਕੌਰ ਵਿੱਚ ਸ਼ਹੀਦ ਹੋ ਜਾਣਗੇ। ਪਿਤਾ ਜੀ ਮਨਜ਼ੂਰ ਹੈ। ਇਹ ਉਹ ਗੁਰੂ ਰਾਮਦਾਸ ਦੀ ਕੁੱਲ ਹੈ, ਗੁਰੂ ਗੋਬਿੰਦ ਸਿੰਘ ਸਾਹਿਬ। ਮੈਂ ਪੁੱਛ ਲਵਾਂ ਬੱਚਿਆਂ ਨੂੰ ਕਿ ਕਲਗੀਧਰ ਪਾਤਸ਼ਾਹ ਦੇ ਲੱਕੜਦਾਦੇ ਦਾ ਕੀ ਨਾਂ ਆ, ਤੇ ਜੇ ਕਿਸੇ ਨੂੰ ਨਹੀਂ ਪਤਾ ਤੇ ਅਸੀਂ ਇਤਿਹਾਸ ਤੋਂ ਵਾਕਿਫ ਹੀ ਕੋਈ ਨਹੀਂ। ਇਹ ਸ਼ਹਾਦਤਾਂ ਕਲਗੀਧਰ ਦੇ ਲੱਕੜਦਾਦੇ ਨੇ ਸ਼ੁਰੂ ਕਰ ਦਿੱਤੀਆਂ। ਕੌਣ ਹੈ ਕਲਗੀਧਰ ਸਾਹਿਬ ਦੇ ਪਿਤਾ? ਗੁਰੂ ਤੇਗ ਬਹਾਦਰ ਸਾਹਿਬ, ਦਾਦਾ ਗੁਰੂ ਹਰਗੋਬਿੰਦ ਸਾਹਿਬ, ਪੜਦਾਦਾ ਗੁਰੂ ਅਰਜਨ ਸਾਹਿਬ, ਲੱਕੜਦਾਦਾ ਗੁਰੂ ਰਾਮਦਾਸ ਪਾਤਸ਼ਾਹ। सोडी सृष्ट सकल तारण को अब गुरु रामदास को मिली बढ़ाई। ये ओ गुरु वाहिगुरु कृपा करन ओ गुरु रामदास दी कुल है। गल असी गुरु अमरदास साहब तक लिया है। गुरु रामदास साहब नूं गुरगद्दी मिली 40 साल दे हो गए सन। गुरगद्दी दिंदियां गुरु अमरदास जी ने कहा इसकी उम्र नहीं है हुण, इसके आखिरी सवास ने, पर मेरी उम्र हुणे 6 साल 9 महीने 11 दिन बकाया है। ते भानीए तेरे सिदक नूं देखदे अपनी 6 साल 9 महीने ते 11 दिन की उम्र मैं जेठे नूं सौंपदा ते मैं आप चले जाना। 95 साल के गुरु साहब है सन, 95 गुरु साहब चलाना करते हैं। ठीक 6 साल 9 महीने ते 11 दिन गुरु रामदास गुरगद्दी ते रहे, वो भी चलाना कर गए सन। गुरगद्दी ते बैठे गुरु अर्जन देव जी। गुरु अर्जन देव जी की शहादत असी सारे मना लेंदे हाँ, बड़े उच्चा उच्चा लोगों को कह भी दिंदे हाँ। तवे ते बैठे सन, रेता सिर ते पवाया सी, तसीहे चले सन, ठंडी रावी विच इशनान भी कराया सी, छाले छाले शरीर हो गया सी, रोंदे भी बड़ा सी, भावुक भी बड़े हो जाते हैं। पर जे मैं यही पूछ लवां कारण की सी, कारण कोई नहीं पता। जिस गुरु नूं आके असी मत्था टेक रहे हैं, ये गुरु कारण सी शहादत दा। जहांगीर ने कह दिता सी, मैं सुनिया 15 भगतां दी बाणी तुसी आद ग्रंथ विच लिख रहे हो, मेरी इच्छा है कुरान शरीफ भी विचे लिख दो। ते गुरु अमरदास ने कृपा वाहिगुरू कृपा करन गुरु अर्जन देव जी ने अगे लिख भेजिया सी, मुहम्मद साहब मेरे सामने हुंदे, कुरान आयत उचार रहे हुंदे, शायद मैं लिख भी दिंदा, पर यह कुरान मिलावटी है, नहीं लिखदा मैं। क्यों मिलावटी है? मुहम्मद साहब चलाना कर गए, पेपर उस वक्त तक बने नहीं सन, कागज़ खजूर के पत्तियां उपर कुरान लिखी गई सी। उन्हां दी बेगम खदीजा ने कुरान लिखी सी, बहुत सारियां आयतां खजूर के पत्तियां उपर ही लिखी गई। मुहम्मद साहब बोलते सन, खजूर के पत्तियां उपर खदीजा लिख दिंदी सी। मुहम्मद साहब कर गए चलाना, सारा परिवार व्यस्त सी उन्होंने दफनान विच, पिछे अद्धी कुरान बकरी खा गई, खजूर के पत्ते खा गई। हो जदों तक लभदे मुहम्मद साहब तो चले गए हैं। हुण कुरान का की करिए? वो कुरान खदीजा नूं याद सी, खदीजा ने अपने लड़के अपने भतीजिਆਂ ਨੂੰ ਉਹ कुरान सुनाई, आयतां सुनाइयां। दर ब दर पीढ़ी ब पीढ़ी कुरान याद हुंदी अगे पुश्तां तक पहुँचती गई। 1500 साल तक कुरान केवल जबानी याद रही है। उस तो बाद किधरे कागज़ इन्वेंट होए तो उन्होंने लिखनी शुरू की। गुरु साहब कहते हैं इस विच बड़े भाव मिल गए होणगे आदमियां दे, मुहम्मद साहब दे बड़े शुद्ध भाव होणगे जदों उन्होंने नाजल होई। वो तो खुदा दे बोल सन, पर यह मिलावट हो चुकी है। मैं नहीं लिख सकता मिलावटी बाणी। क्यों? सतगुरु बिना होर कच्ची है बाणी, नहीं लिख सकता।
ਜਹਾਂਗੀਰ ਨਹੀਂ ਸੀ ਮੰਨਦਾ, ਕਹਿੰਦਾ ਮੈਂ ਨਹੀਂ ਮੰਨਦਾ ਕਿ ਮਿਲਾਵਟ ਕਿਵੇਂ ਹੋਈ, ਸਾਰਿਆਂ ਨੂੰ ਯਾਦ ਸੀ ਕੁਰਾਨ। ਤੇ ਗੁਰੂ ਸਾਹਿਬ ਕਹਿੰਦੇ ਬਚਪਨ ਵਿੱਚ ਅਸੀਂ ਖੇਡ ਖੇਡਦੇ ਹੁੰਦੇ ਸੀ। ਉਹ ਖੇਡ ਕੀ ਖੇਡਦੇ ਸੀ? ਅਸੀਂ ਕੰਨ ਵਿੱਚ ਇੱਕ ਸ਼ਬਦ ਕਹਿੰਦੇ ਸੀ ਤੇ ਅੱਗੇ ਕਤਾਰ ਬੱਚਿਆਂ ਦੀ ਖੜੀ ਹੁੰਦੀ ਸੀ, ਉਸ ਨੂੰ ਕਹਿੰਦੇ ਸੀ ਇਹੀ ਪੂਰਾ ਸੈਂਟੈਂਸ ਅਗਲੇ ਬੱਚੇ ਨੂੰ ਕਹਿ, ਇਹੀ ਅਗਲੇ ਨੂੰ ਕਹਿ, ਇਹੀ ਅਗਲੇ ਨੂੰ। ਜੋ ਕਿਆ ਹੁੰਦਾ ਸੀ ਬਣ ਕੁਝ ਹੋਰ ਜਾਂਦਾ ਸੀ ਅਖੀਰਲੇ ਬੱਚੇ ਨੂੰ। ਨਹੀਂ, ਗੁਰੂ ਸਾਹਿਬ ਕਹਿੰਦੇ 5 ਮਿੰਟ ਦੀ ਖੇਡ ਵਿੱਚ ਪਹਿਲੇ ਨੇ ਕਿਹਾ ਕੁਝ ਹੋਰ, ਅਖੀਰਲੇ ਨੇ ਦੱਸਿਆ ਕੁਝ ਹੋਰ। 1500 ਦੀ ਖੇਡ ਵਿੱਚ ਤੂੰ ਸੋਚਦਾ ਉਹੀ ਕੁਰਾਨ ਰਹੀ ਹੋਵੇਗੀ? ਸਵਾਲ ਹੀ ਨਹੀਂ ਉੱਠਦਾ। ਨਹੀਂ ਰਹੀ, ਕੁਰਾਨ ਮਿਲਾਵਟੀ ਹੈ, ਨਹੀਂ ਮਿਲਾਉਂਦਾ ਮੈਂ। ਕਹਿੰਦੇ ਪਰ ਮੈਂ ਇਹ ਵੀ ਯਕੀਨ ਤੈਨੂੰ ਦਿਲਾਉਂਦਾ ਕਿ ਸੱਚ ਦੀ ਬਾਣੀ ਇਸ ਵਿੱਚ ਹੋਵੇਗੀ। ਮੁਸਲਮਾਨ ਭਗਤਾਂ ਦੀ ਬਾਣੀ ਲਿਖ ਦਿੱਤੀ ਹੈ, ਭਗਤ ਫਰੀਦ, ਭਗਤ ਸੈਣ, ਭਗਤ ਕਬੀਰ ਹੈ ਦਰਜ, ਅਸੀਂ ਰੋਜ਼ ਮੱਥਾ ਟੇਕ ਰਹੇ ਹਾਂ। ਇਹ ਆਦਿ ਗ੍ਰੰਥ ਕਾਰਨ ਬਣਿਆ, ਹੋਰ ਵੀ ਕਾਰਨ ਬੜੇ ਸਨ, ਆਪਣਾ ਲੜਕਾ ਹੀ ਕਾਰਨ ਬਣ ਗਿਆ। ਵਾਹਿਗੁਰੂ ਕਿਰਪਾ ਕਰਨ, ਭਰਾ ਆਪਣਾ ਗੁਰੂ ਰਾਮਦਾਸ ਦਾ ਲੜਕਾ, जिस बारे गुरु साहब भी लिख रहे हैं, काहे पूत चगरत हो संग बाप, जिनके जने बडीरे तुम हो तिन से चगरत पाप। वो ਪ੍ਰਿਥੀ ਚੰਦ ही कारण बन गया। होर भी कारण बने, भगत काना, पीलू, छज्जू, एक भगत जड़े आए सन कि साड़ी भी बाणी लिखो। गुरु साहब कहते नहीं नहीं, बाणी में हंकार बड़ा है। पहले सुनते सन लिखण जोगी है भी कि नहीं। ਜਦੋਂ ਨਹੀਂ ਦਰਜ ਕੀਤੀ ਤਵੇ ਤੇ ਬਿਠਾ ਦਿੱਤਾ ਗਿਆ। ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦਿਨ ਨਿਤਨੇਮ ਕਰ ਰਹੇ ਸਨ। ਸਾਈਂ ਮੀਆਂ ਮੀਰ ਕੋਲ ਤੇ ਸ਼ਬਦ ਪੜ੍ਹਦੇ ਸਨ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਾਈਂ ਮੀਆਂ ਮੀਰ ਕਹਿੰਦੇ ਸਭ ਠੀਕ ਹੈ ਬਾਣੀ, ਇਹ ਨਹੀਂ ਮੈਂ ਮੰਨ ਸਕਦਾ। ਇਸ ਤਰ੍ਹਾਂ ਵੀ ਕਦੀ ਹੋ ਸਕਦਾ ਹੈ ਕੋਈ ਇਸ਼ਟ ਦੇ ਪਿਆਰ ਵਿੱਚ ਆਪਣਾ ਰੇਜ਼ਾ ਰੇਜ਼ਾ ਕਰਵਾ ਦੇ ਤੇ ਮੂੰਹ ਚੋਂ ਸੀ ਨਾ ਬੋਲੇ। ਗੁਰੂ ਅਰਜਨ ਦੇਵ ਜੀ ਕਹਿੰਦੇ ਠੀਕ ਹੈ ਸਾਈਂ ਜੀ, ਵਕਤ ਆਏਗਾ ਤੁਹਾਨੂੰ ਇਹ ਵੀ ਦਿਖਾ ਦਾਂਗੇ। ਅੱਜ ਤਵੇ ਤੇ ਬੈਠੇ ਹਨ ਗੁਰੂ ਅਰਜਨ ਦੇਵ, ਸਾਈਂ ਮੀਆਂ ਮੀਰ ਸਾਹਮਣੇ ਖੜਾ ਹੈ, ਕਹਿੰਦਾ ਨਹੀਂ ਚੱਲ ਸਕਦਾ, 3 ਦਿਨ ਦੇ ਤੁਹਾਡੇ ਤਸੀਹੇ, ਮੈਂ ਨਹੀਂ ਚੱਲ ਸਕਦਾ। ਤੁਸੀਂ ਕਹੋ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਮੁਸਕਰਾਉਂਦੇ ਨੇ ਗੁਰੂ ਸਾਹਿਬ ਤਵੇ ਤੇ ਬੈਠੇ, ਵਾਹ ਸਾਈਂ ਜੀ ਵਾਹ, ਬੜੀ ਤਾਕਤ ਹੈ ਤੁਹਾਡੇ ਕੋਲ, ਬੜੇ ਕਰਿਸ਼ਮੇ ਕੌਤਕ ਕਰਾਮਾਤਾਂ ਹੈ ਤੁਹਾਡੇ ਕੋਲ। ਗੁਰੂ ਸਾਹਿਬ ਹੈਨ, ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਾਂਗਾ। ਸਾਈਂ ਜੀ ਗੱਲ ਪੁੱਛ ਲਵਾਂ, ਇਹ ਕਰਾਮਾਤਾਂ ਆਈਆਂ ਕਿਸ ਕੋਲੋਂ ਨੇ, ਦਿੱਤੀਆਂ ਕਿਸਨੇ ਨੇ? ਅੱਖਾਂ ਥੱਲੇ ਹੋ ਗਈਆਂ। ਸਾਈਂ ਜੀ ਜਿਸ ਤੋਂ ਕਰਾਮਾਤਾਂ ਆਈਆਂ, ਜੇ ਤਵੇ ਤੇ ਬੈਠ ਕੇ ਉਹ ਠੰਡਾ ਹੈ, ਬਾਹਰ ਖੜਾ ਹੋ ਕੇ ਤੂੰ ਤੱਤਾ ਕਿਉਂ ਹੋ ਰਿਹਾ? ਇਹ ਕੇਵਲ ਤੇਰੇ ਸਵਾਲ ਦਾ ਜਵਾਬ ਸੀ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸਾਈਂ ਜੀ ਤੁਹਾਡੇ ਸਵਾਲ ਦਾ ਜਵਾਬ ਸੀ। ਤਵੇ ਤੇ ਬੈਠ ਕੇ ਵੀ ਸ਼ਬਦ ਉਚਾਰਨ ਕਰ ਦੇਣਾ ਕਿ ਤੇਰਾ ਕੀਆ ਮਿੱਠਾ ਲੱਗ ਗਿਆ। ਮੈਨੂੰ ਲੱਗਦਾ ਸਾਨੂੰ ਤੇ ਘਰਾਂ ਵਿੱਚ ਹੀ ਸਾਰਾ ਕੁਝ ਕੌੜਾ ਲੱਗ ਰਿਹਾ। ਜੇ ਘਰਾਂ ਚੋਂ ਹੁਣੇ ਵੀ ਦੁੱਖ ਨਹੀਂ ਗਏ ਗੁਰਦੁਆਰੇ ਆਉਣ ਤੋਂ ਬਾਅਦ ਵੀ, ਜੇ ਘਰਾਂ ਚੋਂ ਹੁਣੇ ਵੀ ਕਲੇਸ਼ ਨਹੀਂ ਗਏ ਬਾਣੀ ਪੜਨ ਤੋਂ ਬਾਅਦ ਵੀ, ਜੇ ਚਿੰਤਾ ਝੌਰਾ ਫਿਕਰ ਜੇ ਹੁਣੇ ਵੀ ਨਹੀਂ ਗਈ, ਨਿਤਨੇਮ ਕਰਕੇ ਵੀ, ਸ਼ਬਦ ਕੀਰਤਨ ਪੜ੍ਹ ਕੇ ਵੀ, ਕਥਾ ਸੁਣ ਕੇ ਵੀ, ਕਰਕੇ ਵੀ, ਤੇ ਮੁਆਫ ਕਰਨਾ, ਸਾਨੂੰ ਬਾਣੀ ਨਾ ਪੜ੍ਹਨੀ ਆਈ ਤੇ ਨਾ ਸੁਣਨੀ ਆਈ। ਕਿਉਂਕਿ ਉਹ ਤਾਂ ਲਿਖਿਆ ਸੀ ਇੱਕੋ ਵਾਰ ਗੁਰਦੁਆਰੇ ਆਏ ਤੇ ਤੈਨੂੰ ਬ੍ਰਹਮ ਗਿਆਨ ਹੈ, ਇੱਕੋ ਵਾਰ ਗੁਰਦੁਆਰੇ ਆਏ ਸਾਰੇ ਦੁੱਖ ਦੂਰ, ਐਸੀ ਸੋਝੀ ਮਿਲੇਗੀ ਕਿ ਗੁਰ ਕੀ ਮਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੂਬੇ। ਪਰ ਅਸੀਂ ਤਾਂ ਸਿਆਣੇ ਬਣ ਕੇ ਆ ਰਹੇ ਹਾਂ, ਇਆਣਾ ਬਣਨਾ ਹੀ ਮਨਜ਼ੂਰ ਨਹੀਂ। ਮੈਨੂੰ ਬੜਾ ਕੁਝ ਆਉਂਦਾ ਜੀ, ਇਹ ਕੌਣ ਕਹਿੰਦਾ ਮੈਨੂੰ ਕੁਛ ਨਹੀਂ ਆਉਂਦਾ? ਇਹ ਕੌਣ ਕਹਿ ਸਕਦਾ ਹੈ? ਇਹ ਮੈਨੂੰ ਲੱਗਦਾ ਗੁਰੂ ਨਾਨਕ ਸਾਹਿਬ ਕਹਿ ਸਕਦੇ ਹਨ, ਨਾਨਕ ਨੀਚ ਕਹੈ ਵਿਚਾਰ। ਇਹ ਮੈਨੂੰ ਲੱਗਦਾ ਗੁਰੂ ਨਾਨਕ ਸਾਹਿਬ ਦਾ ਹੀ ਹਿੱਸੇ ਆਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ, ਜਿੱਥੈ ਨੀਚ ਸੰਭਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਮੈਨੂੰ ਲੱਗਦਾ ਭਗਤ ਗੁਰੂ ਗ੍ਰੰਥ ਸਾਹਿਬ ਦਾ ਹੀ ਕਹਿ ਸਕਦੇ ਹਨ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਅਸੀਂ ਤੇ ਸਿਆਣੇ ਬਣ ਕੇ ਆ ਰਹੇ ਹਾਂ। ਮੈਨੂੰ ਕੀਰਤਨ ਆਉਂਦਾ ਹੈ, ਤਬਲਾ ਮੈਂ ਸਿਖਾਵਾਂਗਾ, ਕਥਾ ਮੈਨੂੰ ਆਉਂਦੀ ਹੈ, ਦਸਤਾਰ ਮੈਂ ਸਿਖਾਵਾਂਗਾ, ਪਾਠ ਮੈਨੂੰ ਆਉਂਦਾ ਹੈ, ਸੰਥਿਆ ਮੈਂ ਦੇਵਾਂਗਾ, ਪ੍ਰਧਾਨਗੀ ਮੈਨੂੰ ਆਉਂਦੀ, ਚੌਧਰ ਮੈਂ ਦਿਖਾਵਾਂਗਾ। ਅਸੀਂ ਤੇ ਸਿੱਖੇ ਸਿਖਾਏ ਹਾਂ। ਤੇ ਮੁਆਫ ਕਰਨਾ, ਕਿੱਤੇ ਵਜੋਂ ਅਧਿਆਪਕ ਹਾਂ ਮੈਂ। ਮੈਂ ਅਕਸਰ ਬੱਚਿਆਂ ਦੀ ਨੋਟਬੁੱਕ ਵਿੱਚ ਜਦੋਂ ਮਾਰਕਸ ਦੇਣੇ ਹੁੰਦੇ ਨੇ, ਮੈਂ ਦੇਖਦਾ ਖਾਲੀ ਸਪੇਸ ਲੱਭਦਾ ਮੈਂ, ਕਿੱਥੇ ਮਾਰਕਸ ਜਾਂ ਰਿਮਾਰਕਸ ਦੇਣੇ ਨੇ, ਕਿ ਕਿਹੜੀ ਮਿਸਟੇਕਸ ਹੈ, ਡੂ ਕਰੈਕਸ਼ਨ, ਜਾਂ ਫਿਰ ਜਿਹੜੇ ਵੀ ਮੈਂ ਰਿਮਾਰਕਸ ਦੇਣੇ ਨੇ ਉਹ ਖਾਲੀ ਸਪੇਸ ਵਿੱਚ ਲਿਖਦਾ। ਭਰੇ ਉੱਪਰ ਤੇ ਕੁਛ ਨਹੀਂ ਲਿਖਿਆ ਜਾ ਸਕਦਾ। ਲਿਖ ਸਕਦੇ ਹਾਂ ਭਰੇ ਉੱਪਰ,
पर असी अपनी किताबां मन दियां आत्मा दियां भर के लिआए हाँ। गुरु साहब ज्ञान ही बड़ा है, उपर तो थल्ले भरे पे हाँ। गुरु कहते अपनी मत खाली करते मैं दवां, असी तो भरे पे हाँ, तू बैठा रहा उधर ही रुमालियां दे विच ही, तेरी किस नूं लोड़ पई है। तवे ते बैठ के भी कह दिता तेरा किया, नाले भी गल कह दी मेरी तो परवाज रोक लोगे, हरगोबिंद की तलवार को कौन रोकेगा। जंग होए महान, कलगीधर पातशाह दे दादा जी ने जंग लड़े, गुरु हरगोबिंद साहब ने 4 जंग, 2 जहांगीर 2 शाहजहान नाल, एक भी जंग नहीं हारिया, चारों जित गए। बड़ा कद काठी गुरु हरगोबिंद साहब की, 7 फुट ते 2 इंच लिखा इतिहासकारां ने। 7 फुट 2 इंच का बंदा ही देख के कोई डर जाए। 360 किलो वजन भी लिखा होया उन्हां दा। मोदी दे ते कहण दे 56 इंच के सीने ने, 72 इंच का सीना सी गुरदेव का। केवल 2 ईरानी ते तुर्की घोड़े गुरु साहब का भार चल सकते सन जंग के मैदान में, 2 घंटिया लई। हर दूसरे घंटे गुरु साहब को घोड़ा बदलना पैंदा सी, शरीर इतना लंबा चौड़ा सी। कसरत विच असीं डंबल चुकते हैं जिम में जाके 50 किलो 100 किलो। गुरु साहब कसरत विच की चुकते सी, जदों मैं पढ़िया मेरे ते लू कंडे खड़े हो गए, मझ चुक लेंदे सी। ऐसा जिगरा। तो जंग के मैदान में कहते जो पैंदे खान भी उन्होंने दगा दे गया, जिस पैंदे खान को गुरु ने पालिया लड़का समझ के वो भी धोखा दे गया। तो कहता है कौन तू, लड़के दिखा, तुसी फकीर हो, तुसी कुछ नहीं कर सकते। जंग के मैदान में पैंदे खान को पैंदा जो गुरु साहब का वार, तो कहता हाय अम्मा। गुरु साहब कहते हुण अम्मा नहीं, हुण अल्लाह बोल, हुण अम्मा का वक़्त गया, हुण नहीं अम्मा कुछ कर सकती, हुण अल्लाह बोल। ਉਹ गुरु हरगोबिंद साहब ने जिन्होंने गोलकां चुकवा दित्तियां गुरुद्वारे तो, क्या अज तो बाद चंगी जवानी, चंगा घोड़ा ते चंगी किस्म के शस्त्र मैनू अर्पण होण। फिर गुरु साहब का बिरद देखो, 100 साल पहले ठंडे रहे, कुछ नहीं किया, तत्ते होए कोई नहीं। सिख का काम है, फरीदा जे तैं मारन मुक्कियां तिना ना मारै घुम, उन्होंने ना कसुन मारी। मुक्के तो रहे बड़े दूर की गल, कोई अख ही उच्ची करके देखे हैं सानू। 4 गालां मेरी इन्नी लंबी लिस्ट तैयार है पहले देण नूं। खैर गुरु साहब सारे जंग जिते, पर अगली गुरियाई जिसनों दिती उन्होंने क्या, दामन संकोच के। 7वें पातशाह गुरु हर राय साहब, 2200 घोड़सवार उन्होंने कोल हमेशा सी, पर क्योंकि दादा गुरु ने कहा सी कि दामन संकोच के, कितने जंगां का माहौल बनया, उन्होंने एक भी शस्त्र ना चुक्या। दादा गुरु कह गए दामन संकोच के शस्त्र नहीं चुकना, शांत रहो। 8वें पातशाह उन्होंने भी बड़ी भीड़ पई, औरंगजेब ने दिल्ली बुला लिया। अपने पिता गुरु के हुक्म के इन्ने बन्ने हुए सी कि चिट्ठी विच लिख दिता, नए मलेश को दर्शन दे हैं। मलेश है नहीं दिंदा दर्शन। मैं सोचता 5 साल का बच्चा चांडी एक मार के कोई कित्थे लै जाए, टॉफियां ही 2 दे के 5 साल के गुरु बन रहे हैं। बादशाह औरंगजेब हिंद का पीर बुला रहा कि आओ 5 साल के लड़के नूं, तो कह रहे नए मलेश को दर्शन दे। हद होगी, इतना जिगरा। इधरों समझ लगती है कि गुरु शरीरां का नाम तो बिल्कुल नहीं, गुरु जोत का नाम है। जोत ओहा जुगत साए सह काया फेर पलटी है। बुला लिया गया दिल्ली। जय सिंह ने चाल चली कि संगत बुला रही है, संगत के नाम से गुरु साहब दिल्ली आ गए। इत्थे जड़ा कमाल का ध्यान देन योग नुकता है, एक तो 2 बच्चे जड़ी कापियां लैके बैठे ने, इन्हां लई सवाल भी बहुत वधिया बन जाएगा। शायद ये सवाल भी तुसी पहले नहीं हल किए होणगे, पर वधिया सवाल होगा। कमाल का एक नुकता है, औरंगजेब बंगला साहब के बाहर आंदा, पहले बुलांदा रहिंदा, लाल किले आंदे कोई नहीं, बंगला साहब के बाहर आ जाता है पूरी सेना लैके। गैरत का मारिया अंदर वड़दा नहीं कि बादशाह इनविटेशन मिले तां ही अंदर आवां। किसी का छोटा जिहा घर होवे, असीं बिना परमिशन के अंदर नहीं जाते, बई गैरत है अपनी। वो तो बादशाह चिट्ठी पांदा बाहरों, मैं आ गया, दरवाजे खुले पेन, आ जावां, कोई जवाब नहीं। दूसरी चिट्ठी, कोई जवाब नहीं। तीसरी चिट्ठी, कोई जवाब नहीं। ये 5-6 साल का गुरु है।
ਕਹਿੰਦੇ 3 ਘੜੀਆਂ ਔਰੰਗਜ਼ੇਬ ਬੰਗਲਾ ਸਾਹਿਬ ਦੀ ਡਿਉੜੀ ਤੇ ਉਡੀਕਦਾ ਰਿਹਾ। 3 ਘੜੀਆਂ, 1 ਘੜੀ 24 ਮਿੰਟ ਦੀ, ਲਗਭਗ 1.5 ਘੰਟਾ ਇਹ ਬਾਦਸ਼ਾਹ ਹਿੰਦ ਖੜਾ ਹੈ, ਇੰਤਜ਼ਾਰ ਕਰ ਰਿਹਾ ਕਦੋਂ ਇਹ 5 ਸਾਲ ਦਾ ਲੜਕਾ ਮੈਨੂੰ ਅੰਦਰ ਇਜਾਜ਼ਤ ਦੇਗਾ। ਹੱਦ ਹੋ ਗਈ। ਇਹ ਮੋਦੀ ਤੇ ਰਿਹਾ ਦੂਰ, ਪਿੰਡ ਦੇ ਸਰਪੰਚ ਨੇ ਹੀ ਕਹਿਣਾ ਹੈ ਨਾ ਕੱਲ ਤੇਰੇ ਘਰ ਆਵਾਂਗੇ, ਪੂਰਾ ਘਰ ਅਸੀਂ ਖੜਾ ਕਰ ਦਈਏ, ਇਹ ਸੇਵਾ, ਉਹ ਉੱਧਰ ਬੈਡਸ਼ੀਟ ਉੱਧਰ ਲਗਾਣੀ ਹੈ, ਇੱਧਰ ਘਰ ਸਾਫ਼ ਕਰਕੇ ਰੱਖੋ, ਸਰਪੰਚ ਸਾਹਿਬ ਨੇ ਇੱਥੇ ਬੈਠਣਾ ਹੈ, ਐਮਐਲਏ ਹੀ ਕਹਿ ਦੇ। ਤੇ ਬਾਦਸ਼ਾਹ ਆ ਰਹੇ ਹੋਵੇ ਹਿੰਦੁਸਤਾਨ ਦਾ, ਖੜਾ ਹੋਵੇ ਦਰਵਾਜ਼ੇ ਤੇ 1.5 ਘੰਟਾ ਦਰਵਾਜ਼ਾ ਹੀ ਨਾ ਖੋਲਣ। ਬੜੀ ਬੇਇੱਜ਼ਤੀ ਉਸਦੀ ਹੋਈ, ਬੜੀ ਬੇਇੱਜ਼ਤੀ। ਤੇ ਉਹ ਕਹਿੰਦਾ ਚਲੋ ਬੇਇੱਜ਼ਤੀ ਤੋਂ ਬਚਣ ਲਈ ਤੁਸੀਂ ਜਵਾਬ ਨਹੀਂ ਦਿੰਦੇ, ਬੁਲਾਉਂਦੇ ਨਹੀਂ ਅੰਦਰ, ਕੋਈ ਚਿੱਠੀ ਪਾ ਦਿਓ ਮੈਨੂੰ, ਕੋਈ ਜਵਾਬ ਹੀ ਲਿਖ ਦਿਓ। ਤੇ ਗੁਰੂ ਸਾਹਿਬ ਚਿੱਠੀ ਲਿਖ ਕੇ ਦਿੰਦੇ ਨੇ। ਗੁਰੂ ਨਾਨਕ ਸਾਹਿਬ ਦਾ ਸ਼ਬਦ, ਕਿਆ ਖਾਦਾ ਹੈ ਕਿਆ ਪੈਂਦਾ ਹੋਏ, ਜਾਂ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਚੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਇਤਨੀ ਚੋਟ ਉਸਨੂੰ ਲੱਗਦੀ ਹੈ, ਸ਼ਰਮ ਦਾ ਮਾਰਿਆ ਫਿਰ ਆਪਣੇ ਅਸਥਾਨ ਤੇ ਚਲੇ ਜਾਂਦਾ ਹੈ। ਪਰ ਗੁੱਸਾ ਆਪਣੇ ਅੰਦਰ ਪੀ ਕੇ ਰੱਖਦਾ ਹੈ। ਔਰੰਗਜ਼ੇਬ ਕੱਟਰ ਮੁਸਲਮਾਨ ਸੀ, ਬੜਾ ਖੁਦਦਾਰ ਆਦਮੀ ਸੀ। ਖੁਦਦਾਰ ਮਤਲਬ ਹਰਾਮ ਦਾ 1 ਰੁਪਇਆ ਨਹੀਂ ਸੀ ਖਾਂਦਾ, ਬੜਾ ਈਮਾਨਦਾਰ ਆਦਮੀ ਸੀ। ਭਾਵੇਂ ਜ਼ਾਲਿਮ ਬੜਾ ਸੀ ਪਰ ਈਮਾਨਦਾਰ ਬਹੁਤ ਸੀ। ਇਤਨਾ ਈਮਾਨਦਾਰ ਸੀ ਕਿ ਰੋਟੀ ਵੀ ਸੁੱਕੀ ਖਾਂਦਾ ਸੀ। ਕਿਉਂ? ਕਹਿੰਦਾ ਸੀ ਸ਼ਾਹੀ ਖਜ਼ਾਨਾ ਮੇਰੇ ਬਾਪ ਦਾ, ਮੈਂ ਕਿਉਂ ਖਾਵਾਂ। ਇਹ ਜਿਹੜੇ ਮੁਸਲਮਾਨ ਵੀਰ ਟੋਪੀ ਪਾਉਂਦੇ ਨੇ ਨਾ, ਇਹ ਔਰੰਗਜ਼ੇਬ ਨੇ ਬਣਾਈਆਂ ਸੀ। ਟੋਪੀਆਂ ਬਣਾਉਂਦਾ ਸੀ ਬਾਦਸ਼ਾਹ, ਆਪੇ ਬਣਾਉਂਦਾ ਸੀ, ਆਪਣੇ ਸੈਨਿਕਾਂ ਨੂੰ ਕਹਿੰਦਾ ਸੀ ਟੋਪੀਆਂ ਵੇਚੋ, ਜਿਹੜੇ ਪੈਸੇ ਹੋਣਗੇ ਉਸ ਦੀ ਮੈਂ ਰੋਟੀ ਖਾਂਗਾ। ਇਤਨਾ ਖੁਦਦਾਰ ਈਮਾਨਦਾਰ ਸੀ। ਦੇਖੋ ਜਿੱਥੇ ਕੋਈ ਜ਼ਾਲਿਮ ਹੈ, ਇਹ ਨਹੀਂ ਕਿ ਅਸੀਂ ਉਸਦੀ ਬੁਰਾਈਆਂ ਹੀ ਦੇਖਦੇ ਜਾਈਏ, ਉਸਦੇ ਕੁਝ ਗੁਣ ਵੀ ਹੋਣਗੇ। कलगीधर ने आप उसके गुण लिखे जफरनामे। औरंगजेब तू बड़ा ईमानदार है, बड़ा खूबसूरत है, 5 वक्त नमाज भी पढ़ता है, कुरान की तलावत भी करता है, तू जुम्मा रात जक़ात भी दिंदा है, तेरे हाथ में माला भी है, अल्लाहू अल्लाहू भी करता रहता है। 5 शेर उसकी सिफत में गुरु साहब ने लिखे हैं। पर गुरु साहब कहते हैं ये सारा कुछ करके भी मैं कह देवां कि तू संत है, महाजालिम है, महाजालिम। शर्म दा मारिया चला गया, पर कौड़ा कुट उसने पी के रखा, तो यह सारा कुट गुरु तेग बहादुर साहब ते कढ़िया उसने। गुरु तेग बहादुर साहब की जदों चर्चा होंदी है, बहुती गल लमकावा ना, तो औरंगजेब कह दिंदा है, औरंगजेब आख्या सतगुरु जी असी दीन दे झंडे चुला देंगे, 2 धर्म ने एक बना के छोड़ांगे। अल्लाह एक है तो धर्म भी एक होवे। गुरु तेग बहादुर साहब मुस्कुरा के पुछदे ने बैठिया कित्थे हैं? कहंदा जी लाल किले बैठे हाँ। कहते औरंगजेब तेरे कोलों किसने आगरे तो आना होवे लाल किले आ सकता है? कहता है रस्ता आ सकता है। कहते पंजाब तो कहते आ सकता है, कहते हरियाणा तो आ सकता है, चंडीगढ़ तो आ सकता है, दिल्ली तो आ सकता है, महाराष्ट्र तो, गुरु साहब हर जगह तो आ सकता है, हर डायरैक्शन तो आ सकता है। तो कहते अल्लाह एक है, तो तू कह रहे रस्ता भी एक ही बना दा। अल्लाह मंजिल है, बड़े सारे रस्ते हो सकते हैं, धर्म रस्ते ने। कोई हिंदू के रस्ते तो आ रहा है, कोई सिख के रस्ते तो आ रहा है, कोई इस्लाम, कोई जैनी, कोई बौद्धी, कोई पारसी, कोई ईसाई, सारे रस्ते मुबारक ने। शर्त ये होवे कि मंजिल एक होवे सही। औरंगजेब ने आख्या सतगुरु जी असी दीन दे झंडे चुला देंगे। गुरां आख्या शाह जी वेख लेना, असी 2 तो 3 बना देंगे। तू 2 तो 1 बना रहा, असी 2 तो 3 बना देंगे। औरंगजेब आख्या सतगुरु जी मंदिर दे असी जोतां बुझा देंगे। गुरां आख्या अपना लहू पा के एक नवी जोत जगा देंगे। औरंगजेब आख्या आरती दे असी थाल तुड़ा देंगे। गुरां आख्या अपना शरीर दे के एक नवा थाल उसार देंगे। औरंगजेब आख्या दिनां विच गुरु जी असी जंजू लवा देंगे। गुरां आख्या शाह जी वेख लेना अपनियां आंदरां दा एक नवा जंजू पा देंगे। औरंगजेब आख्या सतगुरु जी तुसी वेख लेना, कम करके असी विखा देंगे। गुरां आख्या तू भी वेख लई औरंगजेब, अपना सिर दे के तेरे काम विच रोड़ा असी अटका देंगे। इत्थे जिहड़े बच्चों लई सवाल बनदा मैं बना जावां, जे कोई पुछ लवे कि साहिबजादे शहीद होए ने, साहिबजादियां दा भी कोई भरा है जिहड़ा गुरु होवे, ते दस सकदे हो? 4 साहिबजादियां दा कोई भरा है जिहड़ा गुरु बनिया होवे 10 गुरुआं चों? गुरु हरकृष्ण पातशाह भरा ने।
ਸਾਹਿਬਜ਼ਾਦਿਆਂ ਦੇ। ਤੇ ਜੇ ਮੈਂ ਪੁੱਛ ਲਵਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੋਈ ਭਰਾ ਹੋਵੇ ਜਿਹੜਾ ਗੁਰੂ ਬਣਿਆ ਹੋਵੇ, ਤੇ ਗੁਰੂ ਹਰਿਰਾਏ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭਰਾ ਨੇ। ਆਓ ਦੇਖ ਲਈਏ ਕਿਵੇਂ। ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ ਤੇ ਇੱਕ ਕੁੜੀ ਬੀਬੀ ਵੀਰੋ ਜੀ। 5 ਲੜਕੇ ਨੇ। 2 ਲੜਕਿਆਂ ਦਾ ਨਾਮ ਫਿਰ ਚੇਤੇ ਰੱਖੀਏ, ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ। ਬਾਬਾ ਗੁਰਦਿੱਤਾ ਦੇ ਲੜਕੇ ਨੇ ਗੁਰੂ ਹਰਿਰਾਏ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਲੜਕੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ। ਦੋਏ ਭਰਾ ਹੋਏ। ਜੇ ਗੁਰਦਿੱਤਾ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਭਰਾ ਨੇ ਤੇ ਗੁਰੂ ਹਰਿਰਾਏ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਭਰਾ ਹੋਏ। ਹੁਣ ਗੁਰੂ ਹਰਿਰਾਏ ਸਾਹਿਬ ਦੇ ਲੜਕੇ ਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੇ ਕਲਗੀਧਰ ਦੇ ਲੜਕੇ ਨੇ 4 ਸਾਹਿਬਜ਼ਾਦੇ। ਕੀ ਇਹ ਭਰਾ ਨਾ ਹੋਏ? ਇਹ ਵੀ ਭਰਾ ਨੇ। ਕੱਲ ਨੂੰ ਤੁਸੀਂ ਵੀ ਆਪਣੇ ਬਜ਼ੁਰਗਾਂ ਨੂੰ, ਮਾਂ ਪਿਓ ਨੂੰ ਪੁੱਛ ਸਕਦੇ ਹੋ, ਹੈ ਕੋਈ ਭਰਾ ਸਾਹਿਬਜ਼ਾਦਿਆਂ ਦਾ ਜਿਹੜਾ ਗੁਰੂ ਬਣਿਆ ਹੋਵੇ? ਹੈ। ਖੈਰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ। ਪਰ ਦੇਖਾਂ ਗੁਰੂ ਅਰਜਨ ਦੇਵ ਜੀ ਨੇ ਵੀ ਕਿਆ ਤੇਰਾ ਕੀਆ ਮੀਠਾ ਲਾਗੇ। ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਕਿਹਾ? ਗੁਰੂ ਗੋਬਿੰਦ ਸਿੰਘ ਸਾਹਿਬ ਲਿਖ ਦਿੰਦੇ ਨੇ, ਕਹਿੰਦੇ ਨੇ ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰਰ ਨਾ ਦਿਆ। ਉਹ ਲਿਖਦੇ ਨੇ ਕਿਵੇਂ ਸਾਕਾ ਕੀਤਾ? ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਨ। ਆਪਣੇ ਤਨ ਦਾ ਠੀਕਰਾ ਦਿੱਲੀ ਔਰੰਗਜ਼ੇਬ ਬਾਦਸ਼ਾਹ ਦੇ ਸਿਰ ਤੇ ਜਾ ਕੇ ਤੋੜਿਆ। ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ। ਇਸ ਨੂੰ ਸਮਝ ਲਈਏ, ਇਸ ਦਾ ਮਤਲਬ ਕੀ ਹੈ? ਤੇਗ ਬਹਾਦਰ ਸੀ ਕਿਰਿਆ। ਤੇਗ ਬਹਾਦਰ ਕਿਰਿਆ ਦਾ ਮਤਲਬ ਹੁੰਦਾ ਕੰਮ। ਤੇਗ ਬਹਾਦਰ ਸੀ ਕਿਰਿਆ, ਤੇਗ ਬਹਾਦਰ ਜੈਸੀ ਕਿਰਿਆ, ਤੇਗ ਬਹਾਦਰ ਵਰਗਾ ਕੰਮ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਜੈਸਾ ਗੁਰੂ ਤੇਗ ਬਹਾਦਰ ਸਾਹਿਬ ਕੰਮ ਕਰ ਗਏ, ਐਸਾ ਅੱਜ ਤੱਕ ਕਿਸੇ ਨੇ ਨਹੀਂ ਸੀ ਕੀਤਾ। ਤੇਗ ਬਹਾਦਰ ਕੇ ਚਲਤ, ਜਦੋਂ ਤੇਗ ਬਹਾਦਰ ਸ਼ਹੀਦ ਹੋ ਕੇ ਚਲੇ ਗਏ ਹਨ, ਪਇਓ ਜਗਤ ਕੋ ਸ਼ੋਕ। ਸਾਰਾ ਜਗ ਸੋਗ ਮਨਾ ਰਿਹਾ ਹੈ, ਸਾਰਾ ਜਗ। ਹੈ ਸਭ ਜਗ ਪਇਓ। ਹਾਏ ਕੀ ਹੋ ਗਿਆ? ਹਿੰਦ ਦਾ ਪੀਰ ਚਲਾ ਗਿਆ, ਕੀ ਹੋ ਗਿਆ? ਸਾਰੇ ਕੁਰਲਾ ਰਹੇ ਹਨ ਪਰ ਖੁਸ਼ੀਆਂ ਵੀ ਮਨਾ ਰਹੇ ਹਨ। ਕੌਣ ਖੁਸ਼ੀ ਮਨਾ ਰਹੇ ਹਨ? ਹੈ ਸਭ ਜਗ ਪਇਓ, ਪਰ ਇੱਕ ਜਗ੍ਹਾ ਖੁਸ਼ੀਆਂ ਮਨ ਰਹੀਆਂ। ਕਿੱਥੇ? ਜੈ 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 ਸੁਰਲੋਕ। ਦੇਵਤੇ ਖੁਸ਼ੀ ਮਨਾ ਰਹੇ ਹਨ, ਮਹਾਨ ਆਤਮਾ ਸਾਡੇ ਕੋਲ ਆ ਰਹੀ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ 9 ਸਾਲ ਦੇ ਆਪਣੇ ਲੜਕੇ ਨੂੰ ਛੋੜ ਕੇ ਜਾ ਰਹੇ ਨੇ, ਕੇਵਲ 9 ਸਾਲ ਦੇ, ਗੋਬਿੰਦ ਰਾਏ। ਸਾਨੂੰ ਪਤਾ ਹੈ ਕਿਰਪਾ ਰਾਮ ਆਇਆ ਅਰਜ਼ ਲੈ ਕੇ, ਕਸ਼ਮੀਰੀ ਪੰਡਤਾਂ ਦਾ ਜੱਥਾ ਲੈ ਕੇ, ਕਿ ਗੁਰੂ ਸਾਹਿਬ ਮੱਲੀਆ ਮੇਟ ਕਰ ਰਿਹਾ ਸਾਡਾ ਧਰਮ, ਸਾਨੂੰ ਬਚਾ ਲਓ। ਕਿਰਪਾ ਰਾਮ ਆਇਆ, ਕਲਗੀਧਰ ਪਾਤਸ਼ਾਹ ਬੈਠੇ ਸਨ। ਕਹਿੰਦੇ ਗੁਰੂ ਸਾਹਿਬ, ਖੈਰ ਇਤਿਹਾਸ ਸਾਰੇ ਵਾਕਿਫ ਨੇ ਕਿ ਗੁਰੂ ਸਾਹਿਬ ਤੁਹਾਡੇ ਤੋਂ ਮਹਾਨ ਆਤਮਾ ਕੌਣ ਹੈ, ਤੁਸੀਂ ਸ਼ਹਾਦਤ ਦਿਓ। 9 ਸਾਲ ਦੇ। ਤੇ ਗੁਰੂ ਸਾਹਿਬ ਨੂੰ ਤੇ ਪਤਾ ਸੀ ਕਿ ਗੁਰਗੱਦੀ ਦੇ ਤੇ ਇਹੀ ਬੈਠਣਗੇ, ਪਰ ਕਹਿੰਦੇ ਲੋਕਾਂ ਦੀ ਤਸੱਲੀ ਕਰਾ ਕੇ ਜਾਵਾਂ, ਕੋਈ ਸ਼ੱਕ ਨਾ ਕਰੇ ਕਿ ਆਪਣੇ ਲੜਕੇ ਨੂੰ ਕਿਉਂ ਦਿੱਤੀ ਦੁਬਾਰਾ। ਤੇ ਕਹਿੰਦੇ ਨੇ ਗੋਬਿੰਦ ਰਾਏ ਜੀ ਅਸੀਂ ਤਾਂ ਚਲੇ ਜਾਵਾਂਗੇ, ਪਿੱਛੇ ਤੁਹਾਡੀ ਰਾਖੀ ਕੌਣ ਕਰੇਗਾ? 9 ਸਾਲ ਦੇ ਹੋ ਕੇ। ਮੈਂ ਕਈ ਦੀਵਾਨਾਂ ਵਿੱਚ, ਇਸ ਤੋਂ ਪਹਿਲੇ ਵੀ 3 ਦਿਨ ਦਾ ਦੀਵਾਨ ਕੱਲ੍ਹ ਤੱਕ ਸੀ ਸੁਭਾਸ਼ ਨਗਰ, ਉੱਥੇ ਵੀ ਇਹ ਗੱਲ ਕਹਿ ਕੇ ਆਇਆ ਕਿ ਸਵਾਲ ਪੁੱਛਦੇ ਨੇ ਗੁਰੂ ਤੇਗ ਬਹਾਦਰ ਸਾਹਿਬ, ਗੋਬਿੰਦ ਰਾਏ 9 ਸਾਲ ਦੇ ਤੁਸੀਂ ਹੋ, ਤੁਹਾਡਾ ਕੀ ਬਣੇਗਾ? ਮੈਂ ਤਾਂ ਚਲੇ ਜਾਵਾਂਗਾ। ਤੇ ਜਿਨ੍ਹਾਂ ਨੇ ਬੈਠਣਾ ਹੋਏ ਗੁਰਗੱਦੀ ਤੇ ਕਿਤਨਾ ਰੋਸ਼ਨ ਦਿਮਾਗ ਹੋਵੇਗਾ। ਜਵਾਬ ਦਿੰਦੇ ਨੇ, ਪਿਤਾ ਜੀ ਜਬ ਹਮ ਥੇ 9 ਮਾਸ ਕੇ ਤਬ ਥਾ ਰਾਖਾ ਸੋਏ। 9 ਮਹੀਨਿਆਂ ਦਾ ਪਿਤਾ ਜੀ ਮੈਂ ਸੀ ਨਾ, ਤੇ ਮਾਂ ਦੇ ਪੇਟ ਵਿੱਚ ਕੌਣ ਸੀ ਰਾਖੀ ਕਰਦਾ? ਗੁਰੂ ਸਾਹਿਬ ਕਹਿੰਦੇ ਨੇ ਉਹੀ ਰਾਖੀ ਕਰਦਾ ਸੀ ਜਿਸ ਨੂੰ ਗੁਰੂ ਅਮਰਦਾਸ ਲਿਖ ਗਏ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ। ਇਤਨੀ ਅੱਗ ਦੇ ਹੁੰਦੇ ਬਾਵਜੂਦ ਕੋਈ ਰਾਖੀ ਕਰਦਾ ਰਿਹਾ। ਕਿਤਨੀ ਅੱਗ? ਜੈਸੀ ਅਗਨ ਉਦਰ ਮੈਂ ਤੈਸੀ ਬਾਹਰ। ਉਧਰ ਵੀ ਰਾਖੀ ਕਰਦਾ ਰਿਹਾ ਪਿਤਾ ਜੀ। ਫਿਰ ਜੇ 9 ਮਹੀਨੇ ਰਾਖੀ ਕਰਦਾ ਰਿਹਾ ਮਾਂ ਦੇ ਪੇਟ ਦੇ ਅੰਦਰ, ਹੁਣ ਤੇ 9 ਸਾਲ ਦਾ ਹੋ ਗਿਆ। जब हम थे 9 मास के तब था राखा सोए, अब तो भय हैं 9 बरस के क्यों ना रखवाला होए। हुण नहीं करेगा राखी, 9 साल का हो गया। वाह गोबिंद जी वाह, विश्वास आ गया, नानक दी गद्दी सही गई है।
ਇਹ ਉਹ ਗੋਬਿੰਦ ਰਾਏ ਨੇ ਜਿਨ੍ਹਾਂ ਦੇ ਪਿਤਾ ਜੀ ਨੇ 1675 ਆਪਣਾ ਸਿਰ ਦੇ ਦਿੱਤਾ ਕਿਸੇ ਧਰਮ ਵਾਸਤੇ। ਕਿਹੜੇ ਧਰਮ ਵਾਸਤੇ? ਹਿੰਦੂ ਧਰਮ ਦੀ ਰੱਖਿਆ ਲਈ, ਹਿੰਦੁਸਤਾਨ ਦੀ ਸੰਸਕ੍ਰਿਤੀ ਲਈ ਆਪਣਾ ਸੀਸ ਵਾਰ ਦਿੱਤਾ। ਪਰ ਮੈਂ ਦੇਖਿਆ ਇਹੀ ਹਿੰਦੂ ਰਾਜੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ ਛੁਡਾ ਕੇ ਲਿਆਏ ਨੇ। ਯਾਦ ਰੱਖੀਏ, ਤਾਰਾ ਚੰਦ ਇੱਕ ਰਾਜੇ ਦਾ ਨਾਮ ਹੈ ਜਿਹੜਾ ਗਵਾਲੀਅਰ ਦੇ 52 ਰਾਜਿਆਂ ਦਾ ਸਿਰਮੌਰ ਰਾਜਾ ਸੀ, ਤਾਰਾ ਚੰਦ। ਇਹ ਤਾਰਾ ਚੰਦ ਦਾ ਪੋਤਰਾ ਹੈ ਭੀਮ ਚੰਦ, ਜਿਹੜਾ ਭੰਗਾਣੀ ਦੇ ਯੁੱਧ ਵੇਲੇ ਗੁਰੂ ਸਾਹਿਬ ਕੋਲ ਆਏਗਾ, 22 ਧਾਰ ਦੇ ਰਾਜਿਆਂ ਦਾ ਸੈਨਾਪਤੀ। ਮੈਂ ਕਿਹਾ ਹੱਦ ਹੋ ਗਈ, ਤੇਰੇ ਦਾਦੇ ਨੂੰ ਕਲਗੀਧਰ ਦਾ ਦਾਦਾ ਛੁਡਾ ਲਿਆਇਆ ਤੇ ਤੂੰ ਕਲਗੀਧਰ ਦਾ ਹੀ ਲਹੂ ਪੀਣ ਨੂੰ ਤਿਆਰ ਹੈ। 1675 ਗੁਰੂ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਕੇਵਲ 12 ਸਾਲ ਬਾਅਦ ਇਹ ਸਾਰੇ ਰਾਜੇ ਉੱਠ ਕੇ ਗੁਰੂ ਸਾਹਿਬ ਨੂੰ ਮਾਰਨ ਆਉਂਦੇ ਨੇ। 12 ਸਾਲ ਵਿੱਚ ਇਹ ਆਸਾਨ ਭੁਲਾ ਦਿੱਤਾ ਕਿ ਆਪਣਾ ਬਾਪ ਤੋੜ ਦਿੱਤਾ ਜਿਸਨੇ। 1687 21 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਭੰਗਾਣੀ ਦਾ ਮਹਾਨ ਯੁੱਧ ਹੋਇਆ। ਤੇ ਯੁੱਧ ਵਿੱਚ ਕੌਣ ਅਗਵਾਈ ਕਰ ਰਿਹਾ? ਰਾਜਾ ਭੀਮ ਚੰਦ। ਇਹ ਉਹੀ ਭੀਮ ਚੰਦ ਹੈ ਜਿਸ ਦੇ ਦਾਦੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਰਿਹਾ ਕਰਾ ਰਹੇ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ 14 ਜੰਗਾਂ ਲੜੀਆਂ। 14 ਜੰਗਾਂ। ਇੱਕ ਵੀ ਜੰਗ ਜਰ, ਜੋਰੂ ਜਾਂ ਜ਼ਮੀਨ ਲਈ ਨਹੀਂ ਸੀ। ਜਰ ਮਤਲਬ ਪੈਸਾ, ਜੋਰੂ ਮਤਲਬ ਔਰਤ, ਜ਼ਮੀਨ। ਇਹ ਤਿੰਨਾਂ ਚੀਜ਼ਾਂ ਲਈ ਜੰਗ ਨਹੀਂ ਹੋਈ ਸੀ। ਅੱਜ ਤੱਕ ਦੇ ਇਤਿਹਾਸ ਵਿੱਚ ਜਿਤਨੀਆਂ ਜੰਗਾਂ ਹੋਈਆਂ, ਜਾਂ ਪੈਸੇ ਲਈ ਹੋਈ, ਜਾਂ ਔਰਤ ਲਈ ਹੋਈ, ਤੇ ਜਾਂ ਜ਼ਮੀਨ 'ਤੇ ਕਬਜ਼ਾ ਕਰਨ ਲਈ ਹੋਈ। ਕਮਾਲ ਦੀ ਗੱਲ ਤਾਂ ਇੱਥੇ ਹੋ ਗਈ, 14 ਜੰਗਾਂ ਵਿੱਚੋਂ ਜਦੋਂ ਗੁਰੂ ਸਾਹਿਬ ਜਿਸ ਰਾਜੇ ਨੂੰ ਹਰਾਉਂਦੇ ਰਹੇ, ਕਾਇਦੇ ਨਾਲ ਇਹ ਬਣਦਾ ਸੀ ਕਿ ਉਸ ਰਾਜੇ ਦੀ ਜ਼ਮੀਨ ਗੁਰੂ ਸਾਹਿਬ ਦੀ ਹੋ ਜਾਂਦੀ। ਪਰ ਗੁਰੂ ਸਾਹਿਬ ਨੇ ਕਿਸੇ ਦੀ ਵੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ। ਕਹਿੰਦੇ ਮਕਸਦ ਹੀ ਕੋਈ ਨਹੀਂ ਹੈ ਕਬਜ਼ਾ ਕਰਨਾ। ਮੇਰਾ ਮਕਸਦ ਪਾਪੀ ਨੂੰ ਮਾਰਨਾ ਨਹੀਂ, ਮੇਰਾ ਮਕਸਦ ਪਾਪ ਨੂੰ ਮਾਰਨਾ ਸੀ। ਸੋ ਇਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਸਾਹਿਬਜ਼ਾਦਿਆਂ ਦੀ ਅਸੀਂ ਸ਼ਹਾਦਤ ਅਗਲੇ 3 ਦਿਨਾਂ ਦੇ ਦੀਵਾਨ ਵਿੱਚ ਸਾਂਝੀ ਕਰਾਂਗੇ। ਭੂਮਿਕਾ ਮੈਂ ਇਸ ਕਰਕੇ ਬੰਨ ਦਿੱਤੀ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਕਿ ਅਸੀਂ ਰਿਲੇਟ ਕਰ ਸਕੀਏ। ਇੱਕ ਦਿਨ ਵਿੱਚ ਉਹ ਨਹੀਂ ਸਿੱਖ ਗਏ ਨੀਹਾਂ ਵਿੱਚ ਖਲੋਣਾ। ਇਹ ਤਾਂ ਬਾਪ ਦਾਦਿਆਂ ਦੀ ਕਮਾਈ ਸੀ। 250 ਸਾਲ ਦਾ ਸਫ਼ਰ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ। ਸੋ ਇਹੀ ਸ਼ਹਾਦਤਾਂ ਨੂੰ ਮੁੱਖ ਰੱਖਦੇ ਅਸੀਂ ਕੱਲ੍ਹ ਫਿਰ ਇਸੇ ਸਮੇਂ ਇਕੱਤਰਿਤ ਹੋਵਾਂਗੇ। ਆਸ ਕਰਦਾ ਸੰਗਤ ਹੋਰ ਗਿਣਤੀ ਵਿੱਚ ਹੋਵੇਗੀ, ਬੱਚੇ ਵੀ ਗਿਣਤੀ ਵੱਧ ਵਿੱਚ ਆਉਣਗੇ। ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ